ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਟੋਲ ਪਲਾਜ਼ੇ ਖੁੱਲਣ ਦੇ ਨਾਲ ਬਾਕੀ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਦਾ ਰੌਲਾ ਰੱਪਾ ਪਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਵੀ, ਜਦ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਕੋਈ ਵੀ ਟੋਲ ਪਲਾਜ਼ਾ ਉਦੋਂ ਤੱਕ ਖੁੱਲਣ ਨਹੀਂ ਦੇਣਾ ਜਦੋਂ ਤੱਕ ਸਰਕਾਰ ਨਵੇਂ ਜਿਹੜੇ ਰੇਟ ਤੈਅ ਕੀਤੇ ਨੇ ਉਹ ਉਹਨਾਂ ਨੂੰ ਵਾਪਸ ਨਹੀਂ ਲੈਂਦੀ ਉਸ ਫੈਸਲੇ ਨੂੰ। ਪਰ ਬੀਜੇਪੀ ਦਾ ਤਰਕ ਇਹ ਆ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਵਿਆਜ ਸਣੇ ਜਿਹੜਾ ਉਹ ਹੁਣ ਲੋਕਾਂ ਨੂੰ ਭੁਗਤਾਨ ਕਰਨਾ ਪਏਗਾ, ਕਿਉਂਕਿ ਲੱਖਾਂ ਕਰੋੜ ਦਾ ਜਿਹੜਾ ਉਹ ਘਾਟਾ ਪਿਆ 1 ਸਾਲ ਦੇ ਅੰਦਰ। ਪਰ ਗੱਲ ਇੱਥੇ ਇਹ ਆ ਕਿ ਜਦੋਂ ਲੋਕ ਰੋਡ ਟੈਕਸ ਵੀ ਪੇ ਕਰਦੇ ਨੇ, ਕੋਈ ਵੀ ਗੱਡੀ, ਕੋਈ ਵੀ ਘਰ ਦੇ ਲਈ ਕੁਝ ਵੀ ਵਾਹਨ ਖਰੀਦਣਾ ਹੈ ਤਾਂ ਉਹਦੇ ਵਿੱਚੋਂ ਰੋਡ ਟੈਕਸ ਕੱਟਿਆ ਜਾਂਦਾ। ਫਿਰ ਇਸ ਟੋਲ ਟੈਕਸ ਤੇ ਰੋਡ ਟੈਕਸ ਦਾ ਆਪਸ ਦੇ ਵਿੱਚ ਮੇਲ ਕੀ ਹੈ, ਕਿਵੇਂ ਮਤਲਬ ਕਿ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕਦਾ, ਕਿਉਂਕਿ ਇੱਕ ਅਗਲਾ ਅੰਦੋਲਨ ਜਿਹੜਾ ਉਹਦੀਆਂ ਸੰਭਾਵਨਾਵਾਂ ਬਣ ਰਹੀਆਂ ਕਿ ਉਹ ਟੋਲ ਟੈਕਸਾਂ ਦੇ ਖਿਲਾਫ ਹੋ ਸਕਦਾ। ਬੀਜੇਪੀ ਕਹਿੰਦੀ ਹੈ ਕਿ ਇਹਦੇ ਬਾਰੇ ਕਿਸਾਨ ਆਗੂਆਂ ਨੂੰ ਥੋੜਾ ਘੋਖ ਕਰ ਲੈਣੀ ਚਾਹੀਦੀ ਹੈ, ਉਹਨਾਂ ਨੂੰ ਇਹਦੇ ਰੂਲ ਰੈਗੂਲੇਸ਼ਨ ਦਾ ਪਤਾ ਨਹੀਂ, ਇਸੇ ਕਰਕੇ ਇਹਦਾ ਵਿਰੋਧ ਉਹ ਕਰ ਰਹੇ ਨੇ। ਨਾਲੋਂ ਨਾਲ ਗੱਲ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਰਾਂਗੇ ਕਿ ਅੰਦੋਲਨ ਦੀ ਜਿੱਤ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਨੇ, ਕੋਈ ਕਹਿੰਦਾ ਕਿ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਜਾਂ ਲੋਕ ਲਗਾਤਾਰ ਇਹ ਫੋਨ ਕਰ ਰਹੇ ਨੇ ਮੈਨੂੰ ਵੀ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਕਜੁੱਟਤਾ ਬਣਾ ਕੇ ਰੱਖਣੀ ਪੈਣੀ ਹੈ। ਪੰਜਾਬ ਦੀਆਂ 32 ਜਥੇਬੰਦੀਆਂ ਨੇ। ਸਵਾਲ ਇੱਥੋਂ ਵੀ ਸ਼ੁਰੂ ਹੁੰਦਾ ਹੈ ਕਿ 32 ਜਥੇਬੰਦੀਆਂ ਕਿਉਂ ਨੇ, ਇਹਨਾਂ ਦਾ ਏਕਾ ਕਿਉਂ ਨਹੀਂ, ਕੋਈ ਇੱਕ ਜਥੇਬੰਦੀ ਇੱਕ ਝੰਡੇ ਥੱਲੇ ਆ ਜੇ। ਇਹ ਵੀ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਜਿੱਥੋਂ ਤੱਕ ਸਵਾਲ ਟੋਲ ਟੈਕਸ ਤੇ ਰੋਡ ਟੈਕਸ ਦਾ, ਕੀ ਮੰਨਣਾ ਹੈ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਉੱਤੇ ਲਗਾਤਾਰ ਇਹ ਬੋਝ ਪਾਇਆ ਜਾ ਰਿਹਾ? ਦੇਖੋ ਸੁਖਵਿੰਦਰ ਜੀ, ਇਹ ਜਿਹੜਾ ਪਹਿਲਾਂ ਟੋਲ ਟੈਕਸ ਬਹੁਤ ਪੁਰਾਣਾ, ਕਿਸੇ ਜ਼ਮਾਨੇ 'ਚ ਅਸੀਂ ਪੰਜਾਬ 'ਚ ਤਾਂ ਕਦੇ ਸੁਣਿਆ ਹੀ ਨਹੀਂ ਸੀ ਵੀ ਟੋਲ ਟੈਕਸ ਕੋਈ ਹੁੰਦਾ ਹੈ। ਇੱਕ ਵਾਰੀ ਅਸੀਂ ਗਏ ਕਿਤੇ ਯੂਪੀ ਦੇ ਵਿੱਚੋਂ ਦੀ ਬੱਸ ਲੰਘਣੀ ਸੀ, ਤਾਂ ਬੱਸ ਵਾਲਾ ਕਹਿੰਦਾ ਵੀ ਇਹ ਟੋਲ ਲੱਗੀ ਹੋਈ ਆ ਅੱਗੇ, 1-1 ਰੁਪਈਆ ਸਾਰੀਆਂ ਸਵਾਰੀਆਂ ਦਿਓ ਤੇ ਆਪਾਂ ਇਹਨੂੰ ਦੇ ਦਈਏ। ਯਾਨੀ ਕਿ ਸਵਾਰੀਆਂ ਸਿੱਧਾ ਟੋਲ ਟੈਕਸ ਦਿੰਦੀਆਂ ਸੀ। ਉਦੋਂ ਮੈਨੂੰ ਪਤਾ ਲੱਗਿਆ ਅੱਛਾ ਵੀ ਸੜਕਾਂ ਰੋਕੀ ਵੀ ਹੁੰਦੀ ਹੈ ਕਿਤੇ ਨਾ ਕਿਤੇ। ਮੈਨੂੰ ਸੱਚਮੁੱਚ ਨਹੀਂ ਪਹਿਲਾਂ ਪਤਾ ਸੀ ਵੀ ਕੋਈ ਟੋਲ ਵੀ ਹੁੰਦੀ ਹੈ। ਤੇ ਜਿਹੜੀਆਂ ਰੋਡ ਟੈਕਸ ਤੇ ਟੋਲ ਟੈਕਸ ਆਪਸੀ ਸੰਬੰਧ ਹੋ ਰਹੇ ਪੰਜਾਬ ਦੇ ਵਿੱਚ, ਜਿਵੇਂ ਪੰਜਾਬ ਵਰਗੀ ਇੱਕ ਅਗਾਂਹ-ਵਧੂ ਸਟੇਟ ਸੀ, ਇਹਨਾਂ ਨੇ ਰੋਡ ਟੈਕਸ ਸੀ ਜਿਹੜਾ ਆਪਾਂ ਲੈਂਦੇ ਹਾਂ ਵੀ ਕਾਨੂੰਨ ਤੇ ਆਰਸੀ ਜਦ ਬਣਦੀ ਹੈ, ਉਹ ਪਹਿਲਾਂ ਹਰ ਸਾਲ ਲੈਂਦੇ ਸੀ। ਸਾਡੀਆਂ ਸਰਕਾਰਾਂ ਦੀ ਸੌੜੀ ਨੀਤੀ ਨੇ ਕੀ ਕੀਤਾ, ਸਾਲ 20-20 ਸਾਲ ਦਾ ਇਕੱਠਾ ਭਰਤਾ, 25-25 ਸਾਲ ਦਾ ਕਰਤਾ, ਤੇ ਇੱਕ ਵਾਰ ਜਾਂ ਪੈਸੇ ਇਕੱਠੇ ਕਰ ਲਏ, ਨਾਲੇ ਤਾਂ ਉਹ ਪੈਸੇ ਘੱਟ ਇਕੱਠੇ ਕਰੇ, ਨਾਲੇ ਉਦੋਂ ਮੁੜ ਕੇ 25 ਸਾਲ ਵਾਸਤੇ ਰਸਤਾ ਬੰਦ ਹੋ ਗਿਆ। ਨਵੀਂ ਕਾਰ ਆਊਗੀ, ਕੋਈ ਵਹੀਕਲ ਆਏਗਾ ਤਾਂ ਟੈਕਸ ਹੋਊਗਾ, ਪੁਰਾਣੇ ਤੋਂ ਕੋਈ ਟੈਕਸ ਨਹੀਂ ਆਉਣਾ। ਸੋ ਤੁਸੀਂ ਜਿਹੜਾ ਲਗਾਤਾਰ ਇੱਕ ਰੈਵਨਿਊ ਕਲੈਕਸ਼ਨ ਦੇ ਵਿੱਚ ਇੱਕ ਤਰੀਕਾ ਇਹ ਹੈ, ਵੱਡੀ ਇਹ ਥਿਊਰੀ ਹੈ, ਸਿਧਾਂਤ ਹੈ ਮਾਲੀਆ ਇਕੱਠਾ ਕਰਨ ਦਾ, ਕਿ ਤੁਸੀਂ ਉਹਦੇ ਸਰੋਤ ਸੁੱਕਣ ਨਹੀਂ ਦੇਣੇ। ਖੂਹ ਦੇ ਵਿੱਚ ਪਾਣੀ ਜੇ ਆਲੇ ਦੁਆਲੇ ਆਉਣੋਂ ਹਟ ਜੀ ਤਾਂ ਫਿਰ ਪਾਣੀ ਤਾਂ ਖੂਹ ਤਾਂ ਸੁੱਕੇਗਾ ਹੀ। ਸੋ ਇਹਨਾਂ ਨੇ ਉਹ ਸਰੋਤ ਸੁਕਾਉਣ ਦੇ ਤਰੀਕੇ ਕੀ ਲੱਭੇ? ਪਹਿਲਾਂ ਮੈਂ ਕਹਿੰਦਾ ਇਹਦੀ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ। ਆ ਜਿਹੜੇ ਹੁਣ ਇਹ ਦੇ ਰਹੇ ਨੇ ਵੀ ਆਹ ਦੇ ਦਿਓ, ਇਹ ਉਦੋਂ ਅਗਲਾ ਸਟੈਪ ਹੈ। ਪਹਿਲਾ ਸਟੈਪ ਇਹ ਸੀ ਵੀ ਸਰੋਤ ਸੁਕਾ ਦਿਓ ਕਿਸੇ ਨਾ ਕਿਸੇ ਬਹਾਨੇ। ਉਹ ਸਰੋਤ ਕਿਹੜੇ ਸੁਕਾਏ? ਇੱਕ ਜ਼ਮੀਨ ਤੇ ਥੋੜਾ ਜਿਹਾ ਮਾਲੀਆ ਸੀਗਾ, ਕੁਝ ਵੀ ਹੋਵੇ ਉਹ ਇੱਕ ਰਿਸਪੌਂਸਿਬਿਲਿਟੀ ਪੈਦਾ ਕਰਦੇ, ਜ਼ਿੰਮੇਵਾਰੀ ਉਹ ਖਤਮ ਕਰਿਆ। ਉਸ ਤੋਂ ਵੀ ਪਹਿਲਾਂ ਸ਼ਾਇਦ ਤੁਹਾਡੀ ਪੀੜ੍ਹੀ ਨੂੰ ਨਹੀਂ ਪਤਾ, ਤੁਹਾਤੋਂ ਅਗਲੀ ਪੀੜ੍ਹੀ ਨੂੰ ਵੀ ਨਹੀਂ ਪਤਾ, ਉਸ ਤੋਂ ਅਗਲੀ ਪੀੜ੍ਹੀ ਜਿਹੜੇ ਅਸੀਂ ਆ, ਜਿਹੜੇ ਮੈਂ ਕਹਾਂਗਾ ਵੀ ਆਜ਼ਾਦੀ ਤੋਂ ਬਾਅਦ ਸਾਨੀ ਸੁਰਤ ਸੰਭਾਲੀ ਹੋਈ ਸੀ, ਉਦੋਂ ਕੀ ਸੀ, ਉਦੋਂ ਸਾਈਕਲ ਦੇ ਉੱਤੇ 12 ਆਨਿਆਂ ਦਾ ਟੈਕਸ ਲੱਗਦਾ ਸੀ ਸਾਲ ਦਾ। ਉਹ ਪੰਚਾਇਤ ਸੰਮਤੀਆਂ ਇਕੱਠੀਆਂ ਕਰਦਾ ਸੀ, ਟੋਕਨ ਕਹਿੰਦੇ ਸੀ ਉਹਨੂੰ, ਪਿੱਤਲ ਜੇ ਦਾ ਬਣਿਆ ਹੁੰਦਾ। ਉਹ ਸਾਈਕਲ ਦੇ ਉੱਤੇ ਜਿਹੜਾ ਸੀ ਪੰਚਾਇਤ ਸੰਮਤੀਆਂ ਪਿੰਡਾਂ 'ਚੋਂ ਇਕੱਠਾ ਕਰਦੀਆਂ ਸੀ ਤੇ ਸ਼ਹਿਰਾਂ 'ਚੋਂ ਮਿਊਨਿਸਪਲ ਕਮੇਟੀਆਂ ਕਰਦੀਆਂ ਸੀ। ਉਹ ਕਾਫੀ ਆਮਦਨ ਹੋ ਜਾਂਦੀ ਸੀ, ਸਾਈਕਲ ਕਾਫੀ ਲੋਕਾਂ ਕੋਲ ਸੀਗੇ। ਦੂਜਾ ਸੀਗਾ ਇੱਕ ਰੇਡੀਓ ਹੁੰਦੇ, ਉਦੋਂ ਬਿਜਲੀ ਨਾਲ ਵੀ ਚੱਲਣ ਵਾਲੇ ਹੈਗੇ ਸੀਗੇ, ਬਿਜਲੀ ਆ ਗਈ ਸੀ ਬਹੁਤ ਸਾਰੇ ਪਿੰਡਾਂ 'ਚ, ਸਾਡੇ ਪਿੰਡ 'ਚ ਵੀ ਆ ਗਈ ਸੀ 1955-56 'ਚ। ਤੇ ਦੂਜੇ ਫਿਰ ਬੈਟਰੀ ਨਾਲ ਚੱਲਣ ਵਾਲੇ ਹੁੰਦੇ ਸੀ। ਉਹ ਰੇਡੀਓ ਦੇ ਉੱਤੇ ਵੀ 2 ਰੁਪਏ ਸਾਲ ਦਾ ਟੈਕਸ ਲੱਗਦਾ ਸੀ। ਉਹਦਾ ਮਤਲਬ ਜੇ ਉਹਨੂੰ ਦੇਖੀਏ, ਚਲੋ ਸਾਈਕਲ ਤਾਂ ਹੁਣ ਬਹੁਤ ਸਵਾਰੀ ਥੋੜ੍ਹੀ ਰਹਿ ਗਈ ਸੀ, ਨਹੀਂ ਲੱਗਣਾ, ਤੇ ਰੇਡੀਓ ਤੇ ਨਹੀਂ ਲੱਗਣਾ ਸੀ, ਪਰ ਟੀਵੀ ਜਦ ਆਏ, ਟੀਵੀ 'ਤੇ ਉਹੀ ਰੇਡੀਓ ਵਾਲਾ ਦੀ ਤਰ੍ਹਾਂ ਦਾ ਟੈਕਸ ਟੀਵੀ 'ਤੇ ਤਾਂ ਲੱਗ ਹੀ ਸਕਦਾ ਸੀ। ਟੀਵੀ ਤਾਂ ਪਹਿਲਾਂ ਅਮੀਰ ਹੀ ਲੈਂਦੇ ਸੀਗੇ, ਫਿਰ ਵੱਡੀਆਂ ਸਕਰੀਨਾਂ ਵਾਲੇ ਟੀਵੀ ਆ ਗਏ। ਇੱਦਾਂ ਹੀ ਸਾਈਕਲ ਦੀ ਥਾਂ 'ਤੇ ਜਿਹੜੇ ਮੋਟਰਸਾਈਕਲ ਹੋਰ ਉਹਨਾਂ ਦੇ ਉੱਤੇ ਟੈਕਸ, ਕਈ ਤਰ੍ਹਾਂ ਦੇ ਵਹੀਕਲ ਆ ਗਏ। ਸੋ ਸਾਡੇ ਟੈਕਸੇਸ਼ਨ ਸਿਸਟਮ ਦੇ ਵਿੱਚ ਜਿਹੜਾ ਟੈਕਸ ਹੁਣ ਜੇ ਬਾਕੀ, ਹੁਣ ਮੋਟਰਸਾਈਕਲ ਤਾਂ ਸਧਾਰਨ ਇੱਕ ਲਿਮਿਟ ਤੋਂ ਵੱਧ ਜਿਹੜੇ ਪੈਸੇ ਨੇ, ਮੈਨੂੰ ਤਾਂ ਪਤਾ ਨਹੀਂ ਸੀ ਸੱਚੀ ਮੁੱਚੀ, ਮੈਨੂੰ ਕਿਸੇ ਨੇ ਦੱਸਿਆ ਵੀ ਮੋਟਰਸਾਈਕਲ ਦੀ ਮਤਲਬ 70-70 ਲੱਖ ਦਾ।
80 ਲੱਖ ਦਾ, ਕਰੋੜ ਦਾ ਵੀ। ਮੈਨੂੰ ਤਾਂ ਸੱਚੀ ਮੁੱਚੀ ਨਹੀਂ ਪਤਾ ਸੀ ਮੋਟਰਸਾਈਕਲ ਵੀ ਇੰਨੇ ਦਾ ਹੁੰਦਾ, ਐਵੇਂ ਕਹਿੰਦਾ। ਤੇ ਇਹ ਜਿਹੜੇ ਇੰਨੇ ਮਹਿੰਗੇ ਵਹੀਕਲ ਨੇ, ਪਹਿਲੀ ਗੱਲ ਉਹਨਾਂ ਤੇ ਟੈਕਸ ਕਿਉਂ ਨਾ ਲਾਇਆ ਜਾਵੇ? ਜਿਹੜਾ ਬੰਦਾ ਕਹਿ ਲਓ ਵੀ 1 ਕਰੋੜ ਦੀ, 2 ਕਰੋੜ ਦੀ ਕਾਰ ਖਰੀਦਦਾ, 3 ਕਰੋੜ ਦੀ, ਉਹਨੂੰ ਟੈਕਸ ਕਿਉਂ ਨਾ ਦੇਵੇ ਉਸ ਕਾਰ ਤੇ? ਇਹ ਤਾਂ ਨਹੀਂ ਨਾ ਵੀ ਜਿਹੜਾ 4 ਲੱਖ ਵਾਲੀ ਖਰੀਦਦਾ ਉਹਦੇ ਉੱਤੇ ਵੀ ਉਨਾ ਟੈਕਸ, ਜਾਂ ਉਦੋਂ ਥੋੜਾ ਜਿਹਾ ਫਰਕ ਤਾਂ ਹੈਗਾ, ਪਰ ਫਰਕ ਬਹੁਤ ਥੋੜਾ ਹੋਵੇ। ਵੱਡੀਆਂ ਗੱਡੀਆਂ ਦੇ ਉੱਤੇ ਤੁਸੀਂ ਲਿਮਿਟ ਲਾ ਦਿਓ ਵੀ ਜਿਹੜੀ 5 ਲੱਖ ਤੋਂ ਵੱਧ ਦੀ ਗੱਡੀ ਜਿਹੜਾ ਵੀ ਖਰੀਦਦਾ, 5 ਲੱਖ ਤੱਕ ਅੱਜ ਕੱਲ੍ਹ ਸਧਾਰਨ ਬੰਦਾ ਖਰੀਦਦਾ, ਤੁਸੀਂ ਟੈਕਸ ਕੀ ਤੋਂ ਲੈਣਾ? ਸੋ ਜਿਹੜਾ ਅਮੀਰ ਹੈ, ਸੜਕ ਵੀ ਉਹਨੂੰ ਜ਼ਿਆਦਾ ਚਾਹੀਦੀ ਹੈ, ਤੇਜ਼ ਵੀ ਉਹਨੇ ਦੌੜਨਾ, ਸੋ ਉਹਦੇ ਤੋਂ ਤੁਸੀਂ ਟੈਕਸ ਲੈ ਨਹੀਂ ਰਹੇ। ਸੜਕ ਉਹਦੇ ਵਾਸਤੇ ਬਣਾ ਰਹੇ ਹੋ ਜਿਹਨੇ ਤੇਜ਼ ਦੌੜਨਾ, ਜਿਹਨੂੰ ਬਿਲਕੁਲ ਰੋਕ ਟੋਕ ਨਹੀਂ ਚਾਹੀਦੀ, ਜਿਹੜਾ ਕਹਿੰਦਾ ਕਮਾਲ ਦੀ ਸੜਕ ਹੈ, ਫਿਰ ਉਹ ਟੈਕਸ ਵੀ ਤਾਂ ਉਹ ਦੇਵੇ ਨਾ। ਟੈਕਸ ਲੈ ਲਓ ਤੁਸੀਂ ਸਾਡੇ ਵਰਗਿਆਂ ਤੋਂ, ਟੈਕਸ ਲੈ ਲਓ ਤੁਸੀਂ ਰੇਹੜੀ ਰਿਕਸ਼ੇ ਵਾਲੇ ਤੋਂ ਜਦੋਂ ਬੱਸ 'ਚ ਬਹਿੰਦਾ, ਕਿਉਂਕਿ ਬੱਸ ਦੇ ਉੱਤੇ ਤਾਂ ਟੈਕਸ ਜ਼ਿਆਦਾ ਹੈ, ਉਹਦਾ ਹਰ ਟੋਲ ਦੇ ਉੱਤੇ ਉਨੇ ਟਿਕਟ ਵੱਧ ਜਾਂਦਾ। ਹਿਸਾਬ ਲਾਓ ਵੀ ਤੁਸੀਂ ਟੈਕਸ ਕਿਤੋਂ ਲੈ ਰਹੇ ਹੋ, ਸੜਕ ਕਿਹਦੇ ਵਾਸਤੇ ਬਣਾ ਰਹੇ ਹੋ? ਜਿਹੜਾ ਸਧਾਰਨ ਪਿੰਡ ਦਾ ਬੰਦਾ ਹੈ, ਜੇ ਉਹਨੇ ਬੱਸ 'ਚ ਜਾਣਾ ਹੈ, ਜੇ ਉਹਨੇ ਈਵਨ ਕਹਿ ਲਓ ਵੀ ਪਟਿਆਲੇ ਤੋਂ ਅੰਮ੍ਰਿਤਸਰ ਜਾਣਾ ਹੈ, ਉਹਨੂੰ ਕਿੰਨਾ ਕੁ ਫਰਕ ਪੈਂਦਾ ਵੀ ਬੱਸ ਅੰਮ੍ਰਿਤਸਰ 6 ਘੰਟੇ 'ਚ ਪਹੁੰਚੀ ਕਿ 5 ਘੰਟੇ 'ਚ ਪਹੁੰਚੀ, ਆਮ ਬੰਦੇ ਨੂੰ? ਪਰ ਜੇ ਉਹਦੇ 10-15 ਰੁਪਏ 20 ਰੁਪਏ ਟੋਲ 'ਚੋਂ ਬਚ ਜਾਂਦੇ ਨੇ ਟਿਕਟ ਦੇ ਪਿੱਛੇ, ਉਹ ਉਹਨੂੰ ਵੱਡੀ ਰਾਹਤ ਹੈ। ਉਹਨੂੰ ਘੰਟੇ, ਕਿਉਂਕਿ ਉਹਨੂੰ ਘੰਟੇ ਦੇ 20 ਰੁਪਏ ਵੈਸੇ ਨਹੀਂ ਮਿਲਦੇ, ਉਹਦੀ ਦਿਹਾੜੀ ਘੰਟੇ ਦੇ 20 ਰੁਪਏ ਹਰ ਘੰਟੇ ਨਹੀਂ ਮਿਲਦੀ। ਉਹ ਕਹਿੰਦਾ ਚੱਲ ਘੰਟਾ ਵੱਧ ਲੱਗ ਗਿਆ, ਜਾਣਾ ਤਾਂ ਹੈਗੇ ਆ, ਦਿਹਾੜੀ ਤਾਂ ਮੇਰੀ ਵੈਸੇ ਹੀ ਗਈ। ਸੋ ਇਸ ਕਰਕੇ ਅਸੀਂ ਕੀ ਕਰਿਆ, ਅਸੀਂ ਗਰੀਬਾਂ ਤੇ, ਘੱਟ ਆਮਦਨ ਵਾਲਿਆਂ ਤੇ ਟੈਕਸ ਲਾ ਕੇ, ਥੱਲੜੇ ਮੱਧ ਵਰਗ ਤੇ ਟੈਕਸ ਲਾ ਕੇ ਅਸੀਂ ਉਤਲਿਆਂ ਨੂੰ ਰਾਹਤ ਦੇਤੀ। ਇਹ ਟੈਕਸ, ਰੋਡ ਟੈਕਸ ਦੇ ਵਿੱਚ, ਮੈਂ ਕੱਲੀ ਰੋਡ ਟੈਕਸ ਦੇ ਅੰਦਰ ਘੁੰਮ ਰਿਹਾ, ਬਾਕੀ ਨਹੀਂ ਕਰ ਰਿਹਾ ਗੱਲ ਜੀ। ਰੋਡ ਟੈਕਸ ਜਿਹੜਾ ਸੀ ਉਹ ਮਹਿੰਗੀਆਂ ਕਾਰਾਂ ਤੇ, ਮਹਿੰਗੀਆਂ ਗੱਡੀਆਂ ਤੇ, ਮਰਸੀਡੀਜ਼ ਬੱਸਾਂ ਤੇ ਕਾਫੀ ਜ਼ਿਆਦਾ ਹੋਣਾ ਚਾਹੀਦਾ। ਇਹਨਾਂ ਨੇ ਕਰਤਾ ਵੀ ਸਾਲ ਦਾ ਇਹ 25 ਸਾਲ ਦਾ, 20 ਸਾਲ ਦਾ ਇਕੱਠਾ ਭਰ ਦੋ। 20 ਸਾਲ 'ਚ ਇੱਕ ਵਾਰ ਤਾਂ ਆਮਦਨ ਹੋ ਗਈ। ਇਹ ਸ਼ਾਰਟ ਸਾਈਟਡ ਸੀ, ਇਹ ਉਹੀ ਜਿਹੀ ਗੱਲ ਸੀ ਜੇ ਬਿਜਲੀ ਦੇ ਸਮਝੌਤੇ ਹੋਏ 25-25 ਸਾਲ ਦੇ। ਇਹ ਉਹੀ ਜਿਹੀ ਗੱਲ ਹੈ, ਕੋਈ ਬੰਦਾ ਆਪਦੀ ਜ਼ਮੀਨ ਨੂੰ ਠੇਕੇ ਤੇ ਦੇ ਦੇ ਵੀ ਤੈਨੂੰ ਦੇਤੀ 33 ਸਾਲ ਪੱਟੇ ਤੇ ਦੇਤੀ, ਫਿਰ ਮੁੜ ਕੇ ਤਾਂ ਪੈਸਾ ਆਉਣਾ ਹੀ ਨਹੀਂ, ਪੱਠੇ ਦਾ ਪੈਸਾ ਵੀ ਇਕੱਠੇ ਹੀ ਲੈ ਲੇ। ਇਹ ਉਹੀ ਜਿਹੀ ਗੱਲ ਹੈ, ਕੋਈ ਬੰਦਾ ਆਪਦੀ ਜ਼ਮੀਨ ਵੇਚ ਕੇ ਬੈਂਕ 'ਚ ਪੈਸੇ ਧਰ ਦੇ, ਪਹਿਲਾਂ ਵਿਆਜ ਹੁੰਦਾ ਜ਼ਿਆਦਾ, ਉਹ ਕਹਿੰਦਾ ਇਦੋਂ ਤਾਂ ਜ਼ਿਆਦਾ ਵਿਆਜ ਆ ਜਾਣਾ ਜਿੰਨੇ ਮੈਨੂੰ ਪੈਸੇ ਮਿਲਣੇ ਨੇ, ਤੇ ਮੁੜ ਕੇ ਜਦੋਂ ਵਿਆਜ ਥੱਲੇ ਆਉਣਾ ਹੈ ਤੇ ਪੈਸੇ ਦੀ ਕੀਮਤ ਘਟੀ ਜਾਣੀ ਹੈ, ਕੀਮਤ ਦੀ ਵਧੀ, ਜ਼ਮੀਨ ਦੀ ਵਧੀ ਜਾਣੀ ਹੈ, ਉਦੋਂ ਪਤਾ ਲੱਗਦਾ ਯਾਰ ਮੈਂ ਤਾਂ ਲੁੱਟਾ ਹੋ ਗਿਆ। ਸੋ ਇਹ ਜਿਹੜਾ ਹਿਸਾਬ ਕਿਤਾਬ ਲਾਉਣਾ ਹੈ, ਇਹ ਸਾਡੇ ਸਿਸਟਮ ਦੇ ਵਿੱਚ। ਫਿਰ ਦੂਜੀ ਗੱਲ, ਸੜਕ ਦੇ ਉੱਤੇ ਜਿਹੜਾ ਟੈਕਸ ਲੈਣਾ ਸੀ, ਜਾਂ ਤੁਸੀਂ ਨਵੀਆਂ ਸੜਕਾਂ ਬਣਾਉਣੀਆਂ ਨੇ, ਸੜਕਾਂ ਕਿਹਦੇ ਵਾਸਤੇ ਬਣੀਆਂ ਨੇ? ਸੜਕਾਂ ਬਣੀਆਂ ਨੇ, ਸੰਤ ਰਾਮ ਉਦਾਸੀ ਦਾ ਇੱਕ ਗੀਤ ਹੈ ਬਹੁਤ ਹੀ ਪਿਆਰਾ, ਲੋਕਾਂ ਨੂੰ ਉਦੋਂ ਨਹੀਂ ਮੰਨਦੇ ਸੀ। ਉਹ ਕਹਿੰਦਾ ਤੇਰਾ ਸਾਈਕਲ ਤਾਂ ਢੀਚੂ ਢੀਚੂ ਕਰਦਾ, ਸੜਕਾਂ ਬਣੀਆਂ ਸਸਤਾ ਮਾਲ ਢੋਣ ਨੂੰ। ਸੜਕ ਤਾਂ ਸਸਤੇ ਮਾਲ ਨੂੰ ਢੋਣ ਵਾਸਤੇ ਹੈ। ਅੰਬਾਨੀਆਂ ਅਡਾਨੀਆਂ ਦੇ ਮਾਲ ਨੂੰ, ਅੰਬਾਨੀਆਂ ਅਡਾਨੀ ਕਿੱਡੇ ਕਿੱਡੇ ਵੱਡੇ ਟਰਾਲੇ ਚੱਲਦੇ ਨੇ, ਉਹ ਸੜਕ ਤੋੜਦੇ ਨੇ, ਜਾਂ ਕਿਸੇ ਦਾ ਸਾਈਕਲ, ਸਕੂਟਰ, ਰਿਕਸ਼ਾ, ਟਰੈਕਟਰ, ਜਾਂ ਕੋਈ ਇਹ ਛੋਟੀ ਮੋਟੀ ਕਾਰ, ਉਹ ਜੀਪ, ਉਹ ਤੋੜਦੇ ਨੇ। ਸੜਕ ਨੂੰ ਕੌਣ ਤੋੜਦਾ? ਵੱਡੇ ਟਰਾਲੇ, ਵੱਡੀਆਂ ਗੱਡੀਆਂ ਜਿਹੜੀਆਂ ਤੇਜ਼ ਜਾਂਦੀਆਂ ਨੇ, ਜਿਨ੍ਹਾਂ ਨੂੰ ਜਮਾਂ ਰੇਸ਼ਮ ਵਰਗੀ ਸੜਕ ਚਾਹੀਦੀ ਹੈ, ਜਿਨ੍ਹਾਂ ਨੂੰ ਪੁਲ ਉੱਚੇ ਬਣਾ ਕੇ ਦੇਣੇ ਜ਼ਰੂਰੀ ਨੇ ਵੀ ਤਾਂ ਹੀ ਨਿਕਲੂਗੀ ਸੜਕ, ਔਰ ਟਰਾਲਿਆਂ ਨੂੰ ਰੋਕ ਨਾ ਲੱਗੇ। ਫਿਰ ਉਹਨਾਂ ਤੋਂ ਟੈਕਸ ਲਾਓ ਨਾ, ਟੈਕਸ ਉਹਨਾਂ ਤੇ ਲਾਓ। ਉਹ ਜਿਹੜਾ ਟੈਕਸ ਹੈ ਉਹ ਤੁਸੀਂ ਵਹੀਕਲ ਤੇ ਲਾਤਾ। ਮੈਂ ਉਹਦੇ ਵਿੱਚ ਵੀ ਕਹਾਂਗਾ, ਵਹੀਕਲ ਬਹੁਤੇ ਨੇ ਤਾਂ ਵਹੀਕਲ ਜਿਹੜੇ ਨੇ, ਟਰੱਕਾਂ ਵਾਲਿਆਂ ਨੂੰ ਕਿੰਨੀ ਆਮਦਨ ਹੁੰਦੀ ਹੈ, ਵਿਚਾਰੇ ਦਿਨ ਰਾਤ ਲੱਗੇ ਹੁੰਦੇ ਨੇ, ਉਹਦੇ ਉੱਤੇ ਵੀ ਰੋਡ ਟੈਕਸ ਗੁੱਡਸ ਟਰਾਂਸਪੋਰਟ ਤੇ ਲੱਗਣਾ ਚਾਹੀਦਾ ਸੀ। ਵੀ ਜਿਹੜੀਆਂ ਚੀਜ਼ਾਂ ਤੁਸੀਂ ਇੱਥੋਂ ਦੀ ਟਰੱਕ ਟਰਾਲੀ, ਟਰੱਕ ਤੇ ਟੈਕਸ ਨਹੀਂ ਹੈ ਉਹ, ਵੀ ਤੁਹਾਡਾ ਬਿੱਲ ਦੇਖਾਂਗੇ ਉਸ ਹਿਸਾਬ ਨਾਲ ਤੋਂ ਟੈਕਸ ਲਵਾਂਗੇ ਸੜਕ ਦਾ। ਰੈਗੂਲਰ ਕਲੈਕਸ਼ਨ ਟੈਕਸ ਦੀ ਐਕਸਾਈਜ਼ ਵਾਲਿਆਂ ਦੇ ਬੈਰੀਅਰ ਲੱਗੇ ਹੋਏ ਸੀ, ਉਹ ਅਸੀਂ ਐਕਸਾਈਜ਼ ਵਾਲਾ ਵੀ ਵਾਈਟ ਦੇ ਰਾਹੀਂ ਬੰਦ ਕਰਤਾ। ਸੋ ਅਸੀਂ ਟੈਕਸ ਜਿਹੜਾ ਸੜਕ ਤੋਂ ਇਕੱਠਾ ਕਰਨਾ ਸੀ, ਉਹ ਸੜਕ ਤੋਂ ਇਕੱਠਾ ਕਰਨ ਦਾ ਸਰੋਤ ਸੁਕਾਤਾ। ਹੁਣ ਜੇ 25 ਸਾਲ ਦੇ ਵਿੱਚ ਤੁਹਾਡੀ 5000, 7000, 10000 4C ਬਣ ਜਾਣੀ ਹੈ, ਤੇ ਫਿਰ 25 ਸਾਲ ਤਾਂ ਮੁੜ ਕੇ ਟੈਕਸ ਆਉਣਾ ਨਹੀਂ। ਬਿਲਕੁਲ। ਤੇ ਐਡੀ ਵੱਡੀ ਤੁਸੀਂ ਕਾਰ ਲਈ ਹੈ ਕਰੋੜਾਂ ਦੀ, ਤੇ ਉਹਦਾ ਇਸ ਕਰਕੇ ਉਹ ਸੜਕ ਟੈਕਸ, ਜਿਹੜਾ ਰੋਡ ਟੈਕਸ ਆਉਣ, ਉਹਦਾ ਕੋਈ ਬਹੁਤਾ ਮੂੰਹ ਲੋਕ ਰੌਲਾ ਪਾਉਂਦੇ ਨੇ, ਕਿਉਂਕਿ ਅਸੀਂ ਪੂਰੀ ਵਿਸਤਾਰ ਨਾਲ ਅਧਿਐਨ ਨਹੀਂ ਕਰਦੇ। ਸੋ ਹੁਣ ਰੋਡ ਟੈਕਸ ਦਾ ਕੋਈ ਮਤਲਬ ਨਹੀਂ ਰਿਹਾ, ਕਿ ਰੋਡ ਟੈਕਸ ਨਾਲ ਸੜਕਾਂ ਨਹੀਂ ਹੁਣ ਬਣ ਸਕਦੀਆਂ। ਇੱਕ ਦੂਜਾ ਪਾਸਾ ਕੀ ਹੈ? ਦੂਜਾ ਪਾਸਾ ਟੋਲ ਟੈਕਸ ਕਿਉਂ ਲਾਇਆ? ਟੋਲ ਟੈਕਸ ਇਹਨਾਂ ਨੇ ਲਾਇਆ, ਇਹਨੂੰ ਕਹਿੰਦੇ BOT, ਬਿਲਡ, ਆਪਰੇਟ ਐਂਡ ਟਰਾਂਸਫਰ। ਬਣਾਓ,
ਚਲਾਓ ਤੇ ਵਾਪਸ ਕਰੋ, ਦੇ ਦਿਓ, ਸਥਾਨਾਂਤਰ ਕਰ ਦਿਓ, ਸਰਕਾਰ ਨੂੰ ਵਾਪਸ ਦੇ ਦਿਓ। ਹੁਣ ਜਿਹਨੇ ਤਾਂ ਜਿਹਦੀ ਤਾਂ ਜ਼ਮੀਨ ਉਕਾਰ ਕਰ ਲਈ, ਸੜਕਾਂ ਜ਼ਮੀਨ ਉਕਾਰ ਕਰਕੇ ਬਣੀਆਂ ਨਾ, ਕਿਸੇ ਦੀ ਦੁਕਾਨ ਢਾਤੀ ਵੀ ਅਸੀਂ ਤਾਂ ਚੌੜੀ ਕਰਨੀ ਹੈ ਸੜਕ, ਕਿਸੇ ਦਾ ਢਾਬਾ ਢਾਤਾ, ਕਿਸੇ ਦੇ ਘਰ ਢਾਤੇ, ਉਹਨੂੰ ਤਾਂ ਦੇ ਤੇ ਥੋੜ੍ਹੇ ਜਿਹੇ ਪੈਸੇ, ਪਰ ਜਿਹਨੇ ਉਹਦੇ ਉੱਤੇ ਲੁੱਕ ਪਾਈ ਹੈ ਉਹਨੂੰ ਕਹਿੰਦਾ ਤੂੰ ਰੋਜ਼ ਲੰਘਣ ਨਹੀਂ ਦੇਣਾ। ਫੇਰ ਕਿਹਦੀ ਲੁੱਟ ਹੋਈ? ਢਾਬਾ ਕੌਣ ਚਲਾਉਂਦਾ? ਗਰੀਬ ਆਦਮੀ। ਦੁਕਾਨ ਕੌਣ ਚਲਾ ਰਿਹਾ? ਸੜਕ ਦੇ ਕਿਨਾਰੇ ਗਰੀਬ ਆਦਮੀ ਦੀ ਬਹੁਤਿਆਂ ਦੀ। ਵੱਡੇ ਸ਼ੋਰੂਮ ਤਾਂ ਸੜਕ ਦੇ ਕਿਨਾਰੇ ਥੋੜੀ ਨੇ, ਘਰ ਕਿਹਦੇ ਨੇ? ਗਰੀਬਾਂ ਦੇ। ਵੱਡੀਆਂ ਕੋਠੀਆਂ ਤਾਂ ਸੜਕ ਦੇ ਕਿਨਾਰੇ ਹੁੰਦੀਆਂ ਹੀ ਨਹੀਂ, ਜੇ ਹੋਊ ਵੀ ਉਹਦਾ ਤਾਂ ਇੱਕ ਕੋਠ ਜਿਹਾ ਢਾਂਦਾ, ਕਿਉਂਕਿ ਉਹ ਤਾਂ ਊਂ ਹੀ ਚੌੜੀ ਬਥੇਰੀ ਹੁੰਦੀ ਹੈ, ਦੂਜੇ ਦੇ ਪੂਰਾ ਘਰ ਢਹਿ ਜਾਂਦਾ। ਆ ਜਿੰਨੇ ਤੁਸੀਂ ਪੰਜਾਬ ਦੇ ਸ਼ਹਿਰਾਂ 'ਚ ਤੁਸੀਂ ਜਿੱਥੋਂ ਦੀ ਮਰਜ਼ੀ ਲੰਘ ਜਾਓ, ਜਿੱਥੇ ਸੜਕਾਂ ਚੌੜੀਆਂ ਕਰੀਆਂ ਗਈਆਂ ਨੇ ਉੱਥੇ ਲੋਕਾਂ ਦੀਆਂ ਦੁਕਾਨਾਂ ਢਹੀਆਂ ਤੁਹਾਨੂੰ ਨਜ਼ਰ ਆਉਣਗੀਆਂ। ਇੱਥੋਂ ਚੱਲ ਪਓ ਤੁਸੀਂ ਚੰਡੀਗੜ੍ਹ ਤੋਂ, ਤੁਸੀਂ ਅੰਮ੍ਰਿਤਸਰ ਨੂੰ ਚੱਲ ਪਓ, ਤੁਸੀਂ ਫਿਰੋਜ਼ਪੁਰ ਨੂੰ ਚੱਲ ਪਓ, ਤੁਸੀਂ ਇੱਧਰੋਂ ਆ ਪਟਿਆਲੇ ਵੱਲ ਦੀ ਜਾ ਰਹੋ, ਬਠਿੰਡੇ ਨੂੰ ਚੱਲ ਪਓ, ਤੁਹਾਨੂੰ ਸਾਰੇ ਪਾਸੇ ਉਹ ਜਦ ਸੜਕਾਂ ਬਣਦੀਆਂ ਤਾਂ ਉਦੋਂ ਢਹੀਆਂ ਦੁਕਾਨਾਂ, ਆਲੇ ਦੁਆਲੇ ਦੁਕਾਨਾਂ, ਘਰ ਉਹ ਢਹੇ ਹੋਏ, ਦਰਖਤ ਪੱਟੇ ਹੋਏ ਨਜ਼ਰ ਆਉਂਦੇ ਨੇ। ਠੀਕ ਹੋ ਗਿਆ? ਸੋ ਜਦ ਤੁਸੀਂ ਜਿਹਨੇ ਵੱਡੀ ਸੜਕ ਚਾਹੀਦੀ ਹੈ, ਜਿਹਨੇ ਉਹਦੇ ਉੱਤੇ ਟੈਕਸ ਤੁਸੀਂ ਲਾਉਣ ਦਾ ਕੋਈ ਰੈਸ਼ਨੈਲਿਟੀ ਨਹੀਂ ਕਰੀ। ਤੁਸੀਂ ਕੀ ਕਹਤਾ ਕਿ ਭਾਈ ਆ ਸੜਕ ਤੇ ਰੁੱਖ ਪਾਲਾ ਹੈ ਤੇ ਇੱਥੇ ਤੂੰ ਲਾ ਲੈ ਬੈਰੀਅਰ ਤੇ, ਉਹਦੇ ਵਿੱਚ ਵੀ ਗਾਹਾਂ ਕੀ ਗੜਬੜ ਕਰੀ ਹੈ। ਫਿਰ ਮੈਂ ਕਹਿਣਾ ਵੀ ਜਿਵੇਂ ਬਿਜਲੀ ਸਮਝੌਤਿਆਂ 'ਚ ਕਰੀ ਹੈ, ਇੱਕ ਹੁੰਦਾ, ਕਿਉਂਕਿ ਜਿਹੜੇ ਸਮਝੌਤਾ ਕਰਨਾ ਉਹਨੂੰ ਪਤਾ ਹੀ ਨਹੀਂ ਹੈ ਵੀ ਇਹ ਕੀ ਹਿਸਾਬ ਹੈ। ਹਰ ਸਾਲ ਕਹਤਾ ਤੁਸੀਂ ਟੋਲ ਵਧਾਈ ਜਾਓਗੇ, ਕਿੰਨੇ ਪੈਸੇ ਲੱਗੇ ਨੇ, ਬੈਂਕ 'ਚੋਂ ਕਿੰਨਾ ਲਿਆ ਹੈ, ਉਹਦਾ ਵਿਆਜ ਕਿੰਨਾ ਬਣਦਾ ਹੈ। ਆਖਰਕਾਰ ਜਿੰਨਾ ਕਿਸੇ ਨੇ ਪ੍ਰਬੰਧ, ਇੱਕ ਉਹਨੂੰ ਪ੍ਰਬੰਧ ਕੀ ਕੀਮਤਾਂ, ਇੱਕ ਉਹਨੂੰ ਜਿਹੜਾ ਵਿਆਜ ਦੇਣਾ ਪੈਂਦਾ ਹੈ। ਪੈਸਾ ਤਾਂ ਕਿਸੇ ਨੇ ਆਪਦੇ ਕੋਲੋਂ ਨਹੀਂ ਲਾਇਆ, ਉਹਦੇ 'ਚ ਮੈਂ ਅਗਲੀ ਗੱਲ ਤੇ ਆਉਣਾ ਜੇ ਟੋਲ ਦੇ ਨਾਲ ਹੀ ਉਹਦਾ ਗਿਣ ਕੇ ਤੁਸੀਂ ਲਾਓ ਵੀ ਤੈਨੂੰ ਭਾਈ ਇੰਨੀ ਟੋਲ ਬਣਦੀ ਹੈ। ਫਿਰ ਅੱਗੇ ਕੀ ਕਰਨਾ? ਫਿਰ ਉਹਦੀ ਵਧਾਈ ਜਾਂਦੇ ਨੇ, ਇਹ ਗਿਣਦੀ ਨਹੀਂ ਵੀ ਅਗਲੇ ਸਾਲ ਨੂੰ ਵੀਕਲੀ ਦੁੱਗਣੇ ਹੋ ਜਾਣੇ ਨੇ। ਜੇ 10 ਗੁਣਾ ਵਹੀਕਲ ਹੋ ਗਏ ਪੰਜਾਬ 'ਚ ਪਿਛਲੇ 10 ਸਾਲਾਂ 'ਚ, ਤੇ ਫਿਰ ਟੋਲ ਕਿਉਂ ਵਧੀ ਜਾਂਦੀ ਆ ਵਾਰ-ਵਾਰ? ਟੋਲ ਤਾਂ ਘਟਣੀ ਚਾਹੀਦੀ ਹੈ, ਕਿਉਂਕਿ ਵਹੀਕਲ ਹੀ ਜ਼ਿਆਦਾ ਲੰਘਣ ਲੱਗ ਗਏ। ਸੋ ਉਹ ਰਿਸੀਵਿੰਗ ਐਂਡ 'ਤੇ ਹੋ ਗਿਆ। ਅਗਲੀ ਗੱਲ, ਉਹ ਟੋਲ ਦੇ ਨਾਲ ਜਿੰਨਾ ਚਿਰ ਉਹ ਜ਼ਿਆਦਾ ਟਾਈਮ ਲਾਉਂਦੇ ਨੇ, ਜਿਹੜਾ ਉਹਦੇ ਨਾਲ ਡੀਜ਼ਲ ਫੁਕਦਾ ਹੈ ਜਾਂ ਪੈਟਰੋਲ ਫੁਕਦਾ, ਉਹਦੀ ਕੀਮਤ ਕਿੰਨੀ ਹੈ। ਜਿਹੜਾ ਉਹ ਖੜੇ ਡੀਜ਼ਲ ਪੈਟਰੋਲ 'ਚੋਂ ਧੂੰਆਂ ਨਿਕਲਦਾ, ਉਹਦੇ ਨਾਲ ਪਰਿਆਵਰਨ ਕਿੰਨਾ ਖਰਾਬ ਹੁੰਦਾ, ਤੇ ਜਿਹੜੇ ਆਲੇ ਦੁਆਲੇ ਸਵਾਰੀਆਂ ਖੜੀਆਂ ਨੇ ਉਹਨਾਂ ਦੇ ਅੰਦਰ ਉਹ ਧੂੰਆਂ ਜਾਂਦਾ ਕਿੰਨਾ ਹੈ। ਇਹ ਕਾਸਟ, ਇਹ ਕੀਮਤ ਅਸੀਂ ਗਿਣਦੇ ਨਹੀਂ, ਕਿਉਂਕਿ ਗਰੀਬ ਆਦਮੀ ਦੇ ਜਾ ਰਿਹਾ। ਅਮੀਰ ਨੇ ਤਾਂ ਆਪਦੀ ਏਸੀ ਗੱਡੀਆਂ ਬੰਦ ਕਰੀ ਹੋਈ ਆ, ਉਹਦੇ ਅੰਦਰ ਤਾਂ ਧੂੰਆਂ ਜਾਣਾ ਨਹੀਂ। ਗਰੀਬ ਆਦਮੀ ਦੇ ਅੰਦਰ ਤਾਂ ਜਾਣਾ ਹੀ ਹੈ, ਬੱਸ ਖੜੀ ਹੈ, ਬੱਸ ਕੋਈ ਏਸੀ ਥੋੜਾ, ਉਹਦੇ ਅੰਦਰ ਧੂੰਆਂ ਜਾਈ ਜਾਂਦਾ ਇਹਨਾਂ ਦਾ, ਅਮੀਰਾਂ ਦਾ। ਸੋ ਇਸ ਕਰਕੇ ਅਸੀਂ ਰੋਡ ਟੈਕਸ ਤੇ ਟੋਲ ਟੈਕਸ ਦੀ ਜਿਹੜੀ ਤਰਕ ਸੰਗਤ ਹੈ ਉਹ ਖਤਮ ਕਰਤੀ। ਅਸੀਂ ਹਰੇਕ ਚੀਜ਼ ਦੇ ਵਿੱਚ ਗਰੀਬ ਵਰਗ ਦੇ ਉੱਤੇ ਕੁਹਾੜਾ ਚੜਾਇਆ, ਅਮੀਰ ਵਰਗ ਨੂੰ ਕੁਝ ਕਿਹਾ ਨਹੀਂ। ਤੇ ਅਮੀਰ ਵਰਗ ਹੀ ਲੋਕਾਂ ਦੀ ਰਾਏ ਬਣਾਉਂਦਾ ਹੈ, ਚਾਹੇ ਉਹ ਮੀਡੀਆ 'ਚ ਕਹੇ, ਚਾਹੇ ਉਹ ਪੜ੍ਹੇ ਲਿਖੇ ਰੂਪ 'ਚ ਕਹੇ, ਚਾਹੇ ਵੱਡੇ ਵਿਦਵਾਨ ਦੇ ਰੂਪ 'ਚ ਕਹੇ, ਚਾਹੇ ਉਹ ਕੋਈ ਅਧਿਕਾਰੀ ਦੇ ਰੂਪ 'ਚ ਕਹੇ, ਚਾਹੇ ਉਹ ਕੋਈ ਸਿਆਸਤਦਾਨ ਦੇ ਰੂਪ 'ਚ ਕਹੇ, ਕਹਿੰਦਾ ਉਹੀ ਆ ਸਭ ਕੁਝ, ਉਸੇ ਦੀ ਤੂਤੀ ਬੋਲਦੀ ਹੈ। ਇਸ ਕਰਕੇ ਟੋਲ ਟੈਕਸ ਇੱਕ ਤਾਂ 1 ਰੁਪਇਆ ਪਰ ਕਿਲੋਮੀਟਰ ਐਵਰੇਜ ਟੋਲ ਟੈਕਸ ਪੈ ਰਿਹਾ। ਭਾਰਤ ਦੇ ਵਿੱਚ ਉਹਦੀ ਰੈਸ਼ਨੈਲਿਟੀ ਕੋਈ ਨਹੀਂ, ਮਾਫ ਕਰਨਾ। ਇੱਕ ਬੰਦਾ, ਛੋਟੀ ਜਿਹੀ ਉਦਾਹਰਨ ਦਿੰਦਾ ਇਸੇ ਟੋਲ ਟੈਕਸ ਦੀ, ਫਿਰ ਮੈਂ ਆਉਣਾ ਇਹਨਾਂ ਦੇ ਰੋਕਣ ਤੇ। ਇੱਕ ਬੰਦਾ ਟੋਲ ਰੋਡ ਤੇ 2 ਕਿਲੋਮੀਟਰ ਸਫ਼ਰ ਕਰਦਾ ਹੈ, ਠੀਕ ਹੈ, ਉਹਦੇ ਵਿਚਾਲੇ ਟੋਲ ਪੈਂਦੀ ਹੈ, ਉਹਨੂੰ 2 ਕਿਲੋਮੀਟਰ ਦੇ ਪੈਸੇ ਪੂਰੀ ਟੋਲ ਦੇ ਦੇਣੇ ਪੈਣਗੇ। ਇੱਕ ਬੰਦਾ 20 ਕਿਲੋਮੀਟਰ ਸਫ਼ਰ ਕਰਦਾ, ਅੱਗੇ ਟੋਲ ਨਹੀਂ ਪੈਂਦੀ, ਉਦੋਂ ਪਹਿਲਾਂ ਮੁੜ ਜਾਂਦਾ ਉਹ, ਉਹਨੇ ਕੋਈ ਪੈਸਾ ਨਹੀਂ ਦੇਣਾ। ਜਦ ਕਿ ਟੋਲ ਪਰ ਕਿਲੋਮੀਟਰ ਹੈ ਤਾਂ ਤੁਹਾਡੇ ਵਹੀਕਲ ਦੇ ਉੱਤੇ ਮੈਂਡੇਟਰੀ ਕੋਈ ਬਣਾ ਦਿਓ। ਅਗਲੀ ਗੱਲ, ਤੁਸੀਂ ਟੋਲ ਰੋਡ ਬਣਾਤੀ, ਟੋਲ ਰੋਡ ਕਿਹਨੇ ਹੈ? ਹੁਣ ਜੇ ਕਿਸੇ ਨੇ 5 ਸਟਾਰ ਹੋਟਲ ਦੇ ਵਿੱਚ ਬੈਠਣਾ ਹੈ, ਉਹ ਬੈਠੇ ਲਵੇ ਉਹ ਆਪਦਾ ਭੋਜਨ, ਪਰ ਤੁਸੀਂ ਗਰੀਬ ਆਦਮੀ ਨੂੰ ਕਹੋ ਤੇਰੇ ਤੋਂ 5 ਸਟਾਰ ਵਾਲੇ ਦੇ ਪੈਸੇ ਲੈਣੇ ਨੇ, ਇਹ ਤਾਂ ਕੋਈ ਉਹਨੂੰ ਉਹ ਨਹੀਂ। ਉਹ ਗਰੀਬ ਕਹਿੰਦਾ ਜੀ ਮੈਂ ਤਾਂ ਜਾਣਾ ਹੀ ਨਹੀਂ 5 ਸਟਾਰ 'ਚ। ਤੁਸੀਂ ਕਹਿੰਦੇ ਬਾਕੀ ਹੋਟਲ ਤਾਂ ਅਸੀਂ ਬੰਦ ਕਰਤੇ। ਤੁਸੀਂ ਜਿਹੜੀਆਂ ਸੜਕਾਂ ਬੰਦ ਕਰਤੀਆਂ, ਸਾਈਡ ਲੇਨ ਤੁਹਾਨੂੰ ਰੱਖਣੀ ਪਏਗੀ। ਬਾਕੀ ਜਿੱਥੇ ਵੀ ਟੋਲ ਦਾ ਰੂਲ ਹੈ ਉੱਥੇ ਸਾਈਡ ਦੇ ਉੱਤੇ ਤੁਹਾਨੂੰ ਵੀ ਜਿਹਨੇ ਭਾਈ ਟੁੱਟੀ ਸੜਕ ਤੋਂ ਲੰਘਣਾ ਇੱਥੋਂ ਲੰਘੀ ਜਾਓ, ਜਿਹੀ ਜੇ ਸਭ ਤੋਂ ਬਣਦੀ ਹੈ। ਜਿੰਨਾ ਕੁ ਤੁਹਾਡਾ ਕਹਿੰਦਾ ਜਿੰਨਾ ਤੇਰਾ ਅੰਨ ਪਾਣੀ ਉਹਨਾਂ ਮੇਰਾ ਕੰਮ ਜਾਣੀ, ਉਹੀ ਜਾਂ ਅਸੀਂ ਸੜਕਾਂ ਬਣਾਤੀਆਂ, ਕੋਈ ਨਹੀਂ ਤੁਸੀਂ ਲੰਘੀ ਜਾਓ ਉਰੋਂ ਦੀ। ਉਹ ਜਮਾਂ ਹੀ ਬੰਦ ਕਰਤੀਆਂ। ਮੈਂ ਇਹ ਸਮਝ ਸਕਦਾ ਕਿਉਂਕਿ ਰੇਲਵੇ ਨੇ ਆਪਦੇ ਫਾਟਕ ਜਾਣ ਕੇ ਬਹਾਨਾ ਵੀ ਨਹੀਂ ਜੀ ਇੱਥੇ ਐਕਸੀਡੈਂਟ ਬਹੁਤ ਹੁੰਦੇ। ਐਕਸੀਡੈਂਟ ਤਾਂ ਹੁੰਦੇ ਤੁਸੀਂ ਮੈਨੇਜ ਠੀਕ ਨਹੀਂ ਕਰਦੇ, ਫਾਟਕ ਮੈਨੇਜ ਕਰੋ। ਤੁਸੀਂ ਵੱਡਾ ਵਹੀਕਲ ਜਿਹੜਾ ਕਹਿੰਦਾ ਜੀ ਮੈਨੂੰ ਟਾਈਮ, ਮੈਨੂੰ ਸੀਮਲੈਸ ਕਹਿੰਦੇ ਨੇ ਇਹਨੂੰ ਅੰਗਰੇਜ਼ੀ 'ਚ, ਵੀ ਮੈਨੂੰ ਬਿਲਕੁਲ ਕਿਤੇ ਰੁਕਾਵਟ ਨਹੀਂ ਪੈਣੀ ਚਾਹੀਦੀ, ਉਹ ਜਾਈ ਜਾਵੇ।
ਗਰੀਬ ਆਦਮੀ ਨੇ ਢਾਬੇ ਤੇ ਰੋਟੀ ਖਾਣੀ ਹੈ, ਜਾਂਦੇ ਜਾਂਦੇ ਕੋਈ ਚੀਜ਼ ਲੈਣੀ ਹੈ, ਉਹਨੂੰ ਤੁਸੀਂ ਰੇੜੇ ਵਾਲਾ ਰਿਕਸ਼ੇ ਵਾਲਾ ਲੰਘ ਜਾਂਦਾ ਉਹਨੂੰ ਉੱਥੋਂ ਦੀ, ਉਹ ਕਹਿੰਦਾ ਮੈਨੂੰ ਲੋੜ ਹੀ ਨਹੀਂ ਯਾਰ ਤੁਹਾਡੇ ਪੁੱਲ ਦੀ, ਮੈਨੂੰ ਤੁਹਾਡੀ ਟੋਲ ਮੈਂ ਕਿਉਂ ਦੇਵਾਂ। ਟੋਲ ਇਸ ਕਰਕੇ ਉਹ ਜਿਹਨੂੰ ਟੋਲ ਨਹੀਂ ਵੀ ਪੈਂਦੀ ਉੱਥੇ, ਉਹਨੂੰ ਉਹ ਆਪਦਾ ਰੇੜਾ ਚੜਾਉਣ ਵਾਸਤੇ ਪਹਿਲਾਂ ਜ਼ੋਰ ਲਾਉਂਦਾ ਉਹ, ਫਿਰ ਜਦ ਉਹ ਥੱਲੇ ਵਾਲੇ ਪਾਸੇ ਉਤਰਦਾ ਉਦੋਂ ਲਗਾਮ ਖਿੱਚ ਕੇ ਰੱਖਦਾ ਵੀ ਕਿਤੇ ਜਮੀ ਪਹਿਲਾਂ ਉਲਾਰ ਨਾ ਹੋ ਜੇ, ਪਿੱਛੇ ਫਿਰ ਉਹ ਦਾਬੂ ਨਾ ਹੋ ਜੇ, ਦਾਬੂ ਹੋ ਕੇ ਥੱਲੇ ਨੂੰ ਜਾਊਗਾ। ਸੋ ਇਸ ਕਰਕੇ ਨਾ ਪਹਿਲਾਂ ਉਹਨੂੰ ਉਲਾਰ ਤੋਂ ਰੋਕਣ ਵਾਸਤੇ ਜ਼ੋਰ ਲਾਉਣਾ ਪੈਂਦਾ, ਫਿਰ ਉਹਨੂੰ ਦਾਬੂ ਹੋਣ ਤੋਂ ਰੋਕਣ ਵਾਸਤੇ ਜ਼ੋਰ ਲਾਉਣਾ ਪੈਂਦਾ। ਨਾਲੇ ਤਾਂ ਉਹਦਾ ਜ਼ੋਰ ਲੱਗਦਾ ਹੈ, ਨਾਲੇ ਉਹਦੀ ਖੱਚਰ ਦਾ ਜ਼ੋਰ ਲੱਗਦਾ, ਨਾਲੇ ਉਹਦੇ ਰੇੜੇ ਦਾ ਨੁਕਸਾਨ ਹੁੰਦਾ ਬਿਲਕੁਲ ਕਿਉਂਕਿ ਨੇਚਰ ਨਹੀਂ ਚੱਲਦਾ। ਉਹਨੇ ਤਾਂ ਵਿਚਾਰੇ ਨੇ ਕੁਝ ਖੱਟਿਆ ਹੀ ਨਹੀਂ ਉਸ ਪੁੱਲ ਚੋਂ, ਉਹਨੂੰ ਤਾਂ ਉਹ ਪੁੱਲ ਦੀ ਲੋੜ ਹੀ ਨਹੀਂ ਸੀ। ਪੁੱਲ ਤਾਂ ਕਿਸੇ ਹੋਰ ਵਾਸਤੇ ਬਣਾਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਟੋਲ ਟੈਕਸ ਹੈ, ਇੱਕ ਤਾਂ ਇਹ ਜਿਹੜਾ ਹੁਣ ਅੱਜ ਪੋਜੀਸ਼ਨ ਹੈ, ਨਾ ਤਾਂ ਇਹਨਾਂ ਨੇ ਵਹੀਕਲ ਦੀ ਕਾਊਂਟ ਕਰਿਆ ਵੀ ਕਿੰਨੇ ਹੋਣਗੇ, ਨਾ ਇਹਨਾਂ ਨੇ ਇਹ ਕਰਿਆ ਵੀ ਕਿੰਨੇ ਡਿਸਟੈਂਸ ਤੇ ਕਿੰਨਾ ਟੋਲ ਲੱਗੂਗਾ। ਈਵਨ ਸਟੇਟ ਹਾਈਵੇਜ਼ ਲੈ ਲਓ ਤੁਸੀਂ, ਛੱਡੋ ਨੈਸ਼ਨਲ ਹਾਈਵੇਜ਼ ਨੂੰ, ਸਟੇਟ ਹਾਈਵੇਜ਼ ਦੇ ਵਿੱਚ ਇਹਨਾਂ ਨੇ ਟੋਲ ਦੇ ਉੱਤੇ ਰੇਟ ਹੀ ਵੱਖਰੇ ਵੱਖਰੇ ਬਣਦੇ ਨੇ। ਤੁਸੀਂ ਪਟਿਆਲੇ ਤੋਂ ਸਮਾਣੇ ਜਾਓ ਤੁਹਾਨੂੰ ਟੋਲ ਬੈਰੀਅਰ ਮਿਲੇਗਾ, ਤੁਸੀਂ ਭਵਾਨੀਗੜ੍ਹ ਤੋਂ ਸਮਾਣੇ ਜਾਓ ਤੁਹਾਨੂੰ ਟੋਲ ਬੈਰੀਅਰ ਮਿਲੇਗਾ ਕਾਲਾ ਝਾੜ ਦੇ ਲਾਗੇ, ਤੁਸੀਂ ਪਟਿਆਲੇ ਤੋਂ ਸੰਗਰੂਰ ਨੂੰ ਜਾਓ ਤਾਂ ਤੁਹਾਨੂੰ ਟੋਲ ਬੈਰੀਅਰ ਮਿਲੇਗਾ ਚੰਨੋਂ ਦੇ ਲਾਗੇ, ਤੇ ਤੁਸੀਂ ਸੰਗਰੂਰ ਤੋਂ ਬਰਨਾਲੇ ਨੂੰ ਜਾਓ ਤੁਹਾਨੂੰ ਟੋਲ ਬੈਰੀਅਰ ਮਿਲੇਗਾ। ਤੁਸੀਂ ਇੱਧਰੋਂ ਜਲੰਧਰ ਤੋਂ GT ਰੋਡ 'ਤੇ ਚੱਲ ਪਓ ਤੁਹਾਨੂੰ ਫਲੋਰ ਟੋਲ ਬੈਰੀਅਰ ਮਿਲੇਗਾ, ਅੱਗੇ ਜਾ ਕੇ ਤੁਹਾਨੂੰ ਟੋਲ ਬੈਰੀਅਰ ਮਿਲੇਗੇ 2 ਅੰਮ੍ਰਿਤਸਰ ਤੱਕ। ਇੱਧਰੋਂ ਤੁਸੀਂ ਜਾਓਗੇ ਫਗਵਾੜੇ ਤੁਹਾਨੂੰ ਟੋਲ ਬੈਰੀਅਰ ਮਿਲੇਗਾ, ਨਵਾਂ ਸ਼ਹਿਰ ਟੋਲ ਬੈਰੀਅਰ ਮਿਲੇਗਾ, ਤੁਹਾਨੂੰ ਇੱਥੇ ਰੋਪੜ ਟੋਲ ਬੈਰੀਅਰ ਮਿਲੇਗਾ, ਤੁਹਾਨੂੰ ਥਾਂ ਥਾਂ ਦੇ ਉੱਤੇ ਟੋਲ ਬੈਰੀਅਰ ਮਿਲਣਗੇ। ਹੁਸ਼ਿਆਰਪੁਰ ਨੂੰ ਚੱਲ ਪਓ ਤੁਹਾਨੂੰ ਪਹਿਲਾਂ ਬਲਾਚੌਰ ਮਿਲ ਜਾਏਗਾ, ਫਿਰ ਗੜ੍ਹਸ਼ੰਕਰ ਮਿਲ ਜਾਏਗਾ, ਫਿਰ ਅੱਗੇ ਜਾ ਕੇ ਹੁਸ਼ਿਆਰਪੁਰ ਮਿਲੇਗਾ। ਤੁਸੀਂ ਥਾਂ ਥਾਂ ਤੇ ਟੋਲ ਦੇ ਰਹੇ ਹੋ। ਟਾਂਡੇ ਨੂੰ ਚਲੇ ਜਾਓ ਹੁਸ਼ਿਆਰਪੁਰ ਤੋਂ ਟਾਂਡਾ ਰੋਡ 'ਤੇ ਫਿਰ ਟੋਲ ਬੈਰੀਅਰ ਮਿਲੇਗਾ। ਤੁਹਾਨੂੰ ਥਾਂ ਥਾਂ ਤੇ ਟੋਲ ਬੈਰੀਅਰ ਮਿਲ ਰਹੇ ਨੇ। ਤੁਸੀਂ ਮੋਗੇ ਤੋਂ ਕੋਟਕਪੂਰੇ ਨੂੰ ਜਾਓ ਤੁਹਾਨੂੰ ਟੋਲ ਬੈਰੀਅਰ ਮਿਲੇਗਾ। ਤੁਸੀਂ ਜਿੱਧਰ ਨੂੰ ਜਾਓਗੇ ਤੁਹਾਨੂੰ ਟੋਲ ਸਾਹਮਣਾ ਪਾਏ। ਤੁਸੀਂ ਸੁਧਾਰ ਤੋਂ ਤੁਸੀਂ ਮੁੱਲਾਂਪੁਰ ਤੋਂ ਆਪਣਾ ਰਾਏਕੋਟ ਨੂੰ ਜਾਓ ਤੁਹਾਨੂੰ ਟੋਲ ਬੈਰੀਅਰ ਮਿਲੇਗਾ। ਤੁਹਾਨੂੰ ਥਾਂ ਥਾਂ ਦੇ ਉੱਤੇ ਟੋਲ ਬੈਰੀਅਰ ਮਿਲਣਗੇ। ਤੁਸੀਂ ਉਹਨਾਂ ਦਾ ਕੋਈ ਫਾਰਮੂਲਾ ਬਣਾਇਆ ਵੀ ਜੇ ਇੰਨੇ ਡਿਸਟੈਂਸ ਤੇ ਟੋਲ ਬੈਰੀਅਰ ਹੈ ਤਾਂ ਇਹਦੇ 'ਚ ਇੰਨੇ ਪੈਸੇ ਲੱਗਣਗੇ, ਠੀਕ ਹੈ ਨਾ। ਉਹ ਫਾਰਮੂਲਾ ਕੋਈ ਨਹੀਂ, ਜਿੰਨਾ ਮਰਜ਼ੀ ਕਿਸੇ ਨੇ ਮਾੜੀ ਮੋਟੀ। ਇਹ ਮੈਂ ਕਿਉਂ ਕਹਿਣਾ, ਛੋਟੀ ਜਿਹੀ ਸਾਡੇ ਦਰਸ਼ਕਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ। 1 ਰੁਪਈਆ, ਸਿਰਫ 1 ਰੁਪਈਆ ਟੋਲ ਫਰਕ ਪਾਉਣ ਨਾਲ ਕਿੰਨਾ ਰੁਪਈਆ ਵੱਧ ਜਾਂਦਾ। ਅਸੀਂ ਕੋਈ ਕਿਤਾਬ ਛਪਾਉਣੀ ਸੀ ਸਰਕਾਰੀ ਤੌਰ ਤੇ, ਉਹ ਮੈਨੂੰ ਕਹਿਣ ਲੱਗਿਆ ਜੀ ਆਹ ਇੱਕ ਕੈਲਕੂਲੇਟ ਜਾ ਕਰਕੇ 3 ਲੱਖ ਕਿਤਾਬ ਛਪਣੀ ਸੀ। ਉਹ ਜਾਂ 346 3.5 ਜੀ 3.5 ਕਰਕੇ ਕਹਿੰਦਾ ਜੀ ਇਸ ਵਾਰ 3.5 ਹੋ ਗਏ ਜੀ, ਰਾਊਂਡ ਫਿਗਰ ਕਰਤੀ। ਮੈਂ ਕਿਹਾ 3 ਲੱਖ ਕਿਤਾਬ ਛਪਣੀ ਹੈ ਯਾਰ, ਤੂੰ 4 ਪੈਸੇ ਵਧਾਈ ਜਾਂਦਾ ਉਹੀ ਭਾ ਕਰਕੇ ਤੈਅ ਕਰਕੇ ਵੀ ਤੂੰ ਤਾਂ 4 ਪੈਸੇ ਵਧਾਈ ਜਾਂਦਾ ਇੱਕ ਕਿਤਾਬ ਦੇ ਪਿੱਛੇ। ਤੂੰ ਦੇਖੇ ਮੈਂ 12,000 ਰੁਪਇਆ ਉੱਡ ਗਿਆ। ਇਹ 4 ਪੈਸੇ ਨਹੀਂ, 3 ਲੱਖ ਕਿਤਾਬ ਹੈ। ਮੈਂ ਕਿਹਾ ਤੂੰ ਇਹ ਕਿਉਂ ਨਹੀਂ ਕਰਦਾ ਵੀ 340 ਕਰ ਦਿੰਦਾ ਜੀ। 346 ਦੇ ਤੂੰ 350 ਕਰ ਰਿਹਾ, ਕਿਉਂ ਕਰ ਰਿਹਾ? ਜਾਂ ਤਾਂ 340 ਲੈ ਲੈ, ਬਿਲਕੁਲ, ਜਾਂ 345 ਲੈ ਲੈ, ਜੇ ਵੀ 46 ਨਾਲ ਗੁਣਾ ਕਰਨੀ ਔਖੀ ਹੈ। ਕਿਉਂਕਿ ਇਹ ਤਾਂ ਐਂ ਕਹਿੰਦਾ ਵੀ 5 5 35 ਤੇ 5 ਛੱਡੇ ਹੋ ਗਏ 37, ਨਾ ਸੋਰੀ ਹਾਂ 5 ਛੱਡੇ ਤੇ ਹੋ ਗਏ 37, ਤੇ 35 ਦੇ 37 ਬਣਾਉਂਦੇ ਨੇ ਛੱਡ ਕੇ, 5 5 35 ਕਰਦੇ ਨੇ। ਸੋ ਇਹ ਜਿਹੜਾ ਇਹ ਤੌਰ ਤਰੀਕਾ ਟੋਲ ਲਾਉਣ ਦਾ ਇਹ ਗਲਤ ਹੈ। ਪਹਿਲੀ ਗੱਲ ਵਹੀਕਲ ਨਹੀਂ ਗਿਣੇ, ਇਹ ਗਲਤ ਹੈ। ਵਹੀਕਲ ਕਿੰਨੇ ਅੱਗੇ ਵਧੀ ਜਾਣਗੇ, ਗਲਤ ਹੈ। ਇਦੋਂ ਅੱਗੇ ਇੱਕ ਹੋਰ ਅਸੀਂ ਸਟੱਡੀ ਕਰਾਈ ਹੈ ਟੋਲ ਦੀ, ਅਸੀਂ ਸਟੱਡੀ ਕਰਾਈ ਹੈ ਨਵਾਂ ਸ਼ਹਿਰ ਦੇ ਟੋਲ ਦੀ। ਨਵਾਂ ਸ਼ਹਿਰ ਹੁਣ ਤਾਂ ਦੁਬਾਰਾ ਲੱਗ ਰਿਹਾ ਉੱਥੇ ਫਗਵਾੜੇ, ਪਹਿਲਾਂ ਉਠਾਤਾ ਸੀ ਉੱਥੋਂ ਟੋਲ ਲੱਗਿਆ ਹੋਇਆ ਸੀ ਉਸ 'ਤੇ। ਅਸੀਂ ਫਲੋਰ ਵਾਲਾ ਤਾਂ ਪਤਾ ਨਹੀਂ ਕਿੰਨੀ ਦੇਰ ਤੋਂ ਹੀ ਚੱਲੀ ਜਾ ਰਿਹਾ, ਉਹਦੀ ਅਸੀਂ ਸਟੱਡੀ ਕਰਾਈ ਹੈ। ਉਹਦੇ ਵਿੱਚ ਇਹ ਸੂਚਨੇ ਨਹੀਂ ਦਿੰਦੇ। BOT ਦੇ ਵਿੱਚ ਤੁਹਾਡੇ ਕੋਲ ਪੈਸਾ ਕਿੰਨਾ ਇਕੱਠਾ ਹੋ ਗਿਆ, ਉਹ ਪੈਸਾ ਗਾਹਾਂ ਉਹ ਕਰਨਾ। ਇਹਨਾਂ ਨੇ ਉਹਦੀ ਸਟੱਡੀ ਹੋਈ ਨਹੀਂ, ਉਹ ਸਟੱਡੀ 'ਚ ਤੀਜਾ ਹਿੱਸਾ ਹੀ ਦੱਸਦੇ ਨੇ ਉਹ ਬਈ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਕੋਆਰਡੀਨੇਟ ਕਰਕੇ। ਐਡੀ ਵੱਡੀ ਟੈਕਨੋਲੋਜੀ ਹੋ ਗਈ, ਉਹ ਤਾਂ ਹਰੇਕ ਨੂੰ ਤੁਸੀਂ ਕਹਿੰਦੇ ਹੋ ਆ ਡਿਜੀਟਲ ਟੈਕਨੋਲੋਜੀ ਤੇ ਕਰੋ ਜੀ, ਆ ਸਹਾਇਕ ਪ੍ਰਸ਼ਾਸਨ ਭਰਤੀ ਕਰੇ ਇਹ ਡਿਜੀਟਲ ਦੇਖਾਂਗੇ ਜੀ। ਆ ਤੁਸੀਂ ਟੋਲ ਜਿਹੜੇ ਰੋਜ਼ ਲੁੱਟ ਹੋ ਰਹੀ ਹੈ, ਤੁਸੀਂ ਇਹਨੂੰ ਸਾਰਿਆਂ ਨੂੰ ਇਕੱਠਾ ਕਿਉਂ ਨਹੀਂ ਕਰਦੇ? ਤੁਹਾਡੇ ਸਾਹਮਣੇ ਰੋਜ਼ ਆਈ ਜਾਵੇ, ਬੰਦੇ ਉੱਥੇ ਲਾ ਦਿਓ, ਰੋਜ਼ ਦੇਖੀ ਜਾਂਦੇ ਇਸ ਵੈਲੀ ਤੋਂ ਕਿੰਨੇ ਵਾਈਕਲ ਲੰਘੇ, ਕਿੰਨੇ ਕੱਟੇ ਗਏ ਨੇ ਪਰਚੀਆਂ। ਜੇ ਅਸੀਂ ਫਿਜ਼ੀਕਲੀ ਗਿਣਾ ਸਕਦੇ ਹਾਂ, ਇਹ ਤਾਂ ਗਿਣਾ ਹੀ ਸਕਦੇ ਨੇ ਨਾ।
ਟੈਕਨੀਕਲੀ। ਬਿਲਕੁਲ ਕਾਰ ਤਾਂ ਦੂਰੋਂ ਦੇਖ ਲੈਂਦੇ, ਅੱਜ ਕੱਲ੍ਹ ਤਾਂ ਜਿਹੜਾ ਫਾਸਟੈਗ ਲੱਗਿਆ, ਫਾਸਟੈਗ ਕੀ ਹੈ, ਉਹ ਦੂਰੋਂ ਹੀ ਪੜ੍ਹਦਾ ਨਾ ਕੈਮਰੇ ਦੇ ਰਾਹੀਂ। ਆ ਚੰਡੀਗੜ੍ਹ ਦੇ ਵਿੱਚ ਚਲਾਨ ਦਾ ਲੱਗਿਆ, ਦੂਰੋਂ ਹੀ ਪੜ੍ਹ ਕੇ ਦੱਸ ਦਿੰਦਾ ਵੀ ਤੇਰੀ ਸਪੀਡ ਵੱਧ ਸੀ ਤੇ ਤੂੰ ਰੈੱਡ ਲਾਈਟ ਕ੍ਰੋਸ ਕਰੀ ਹੈ, ਜਾਂ ਤੂੰ ਕੋਈ ਉਹ ਨਹੀਂ ਲਾਇਆ ਹੋਇਆ ਸੀ, ਬੈਲਟ ਨਹੀਂ ਲਾਈ ਹੋਈ ਸੀ। ਸੋ ਜੇ ਤੁਹਾਡੇ ਕੋਲ ਟੈਕਨੋਲੋਜੀ ਹੈਗੀ ਹੈ, ਤੁਸੀਂ ਵਰਤ ਵੀ ਰਹੇ ਹੋ, ਤੇ ਤੁਸੀਂ ਟੋਲ ਤੇ ਕਿਉਂ ਨਹੀਂ ਵਰਤਦੇ, ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਭਾਈ ਤੇਰੇ ਤਾਂ ਇੰਨੇ ਪੈਸੇ ਆ ਗਏ, ਤੂੰ ਇੰਨੇ ਲਾਏ ਸੀਗੇ। ਇੱਕ ਹੋਰ ਗੱਲ ਕਹਾਂਗਾ, ਜਿਹੜੀ ਗੱਲ ਦੇ ਉੱਤੇ ਤੁਹਾਡੀ ਸੁਣਦਾ, ਮੈਂ ਗੱਲ ਸਮਝ ਆ ਜੀ। ਜਾਏਗਾ। ਕਰਜ਼ਾ ਲੈਣਾ ਬੈਂਕ ਤੋਂ, ਇਹਨਾਂ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਦੱਸਿਆ ਉੱਥੇ ਵੀ ਲੁੱਟਾ। ਕਿਵੇਂ ਲੁੱਟਾ? ਰੋਡ ਬਣਨੀਆਂ 70,000 ਕਰੋੜ ਚ, ਐਸਟੀਮੇਟ ਬਣਾਤਾ 2.5 ਲੱਖ ਕਰੋੜ ਦਾ। ਉਹ ਕਹਿੰਦੇ ਜੀ 80% ਅਸੀਂ ਤੁਹਾਨੂੰ ਇਹਦਾ ਕਰਜ਼ਾ ਦੇ ਦਾਂਗੇ। 1,20,000 ਕਰੋੜ ਕਰਜ਼ਾ ਲੈ ਕੇ 70,000 ਕਰੋੜ ਦੀ ਰੋਡ ਬਣਾ ਕੇ 50,000 ਨੂੰ ਖਾਈ ਗਿਆ। ਪਿੱਛੋਂ ਕਹਿੰਦੇ ਤਾਂ ਰੋਡ ਤੇ ਖਰਚਾ ਹੋ ਗਿਆ ਸੀ ਜੇ 30 ਕਰੋੜ ਕੋਲੋਂ ਵੀ ਪਾਇਆ, 30,000 ਕਰੋੜ ਤੇ ਸਾਡਾ ਤਾਂ ਘਾਟਾ ਪੈ ਗਿਆ। ਇਹ ਸਾਰੇ ਰਲ ਰਲ ਕੇ ਕਰਦੇ ਨੇ। 70,000 ਕਰੋੜ ਦੀ ਰੋਡ ਦਾ, ਇਹ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀਆਂ ਰਿਪੋਰਟਾਂ ਨੇ ਵੀ ਤੁਸੀਂ ਦੱਸੋ ਬੈਂਕ ਨੇ ਇੰਨਾ ਪੈਸਾ ਕਿਵੇਂ ਦਿੱਤਾ, ਇਹ ਤਾਂ ਪ੍ਰੋਜੈਕਟ ਹੀ ਨਹੀਂ ਇੰਨੇ ਦੀ ਬਣਦੀ। ਸੋ ਜਦ ਚੋਰ ਤੇ ਚੌਕੀਦਾਰ ਰਲ ਜਾਣ ਬੰਦੇ, ਉਦੋਂ ਕੁਛ ਨਹੀਂ। ਇਹ ਰੋਡ, ਕੱਲੀ ਰੋਡ ਤੇ ਮੈਂ ਗੱਲ ਕਰ ਰਿਹਾ, ਮੈਂ ਇੱਧਰ ਉੱਧਰ ਦੀ ਨਹੀਂ ਗੱਲ ਕਰ ਰਿਹਾ। ਰੋਡ ਦੇ ਉੱਤੇ ਬਣਾਉਣ ਵੇਲੇ ਕਿਵੇਂ ਹੇਰਾਫੇਰੀ ਹੋ ਰਹੀ ਹੈ, ਕਰਜ਼ੇ 'ਚ ਕਿਵੇਂ ਹੇਰਾਫੇਰੀ ਹੋ ਰਹੀ ਹੈ, ਉਹ ਸਾਰਾ ਪੈਸਾ ਲੋਕਾਂ ਦਾ ਲੁੱਟਿਆ ਜਾ ਰਿਹਾ। ਬੈਂਕਾਂ 'ਚ ਜਿਹੜਾ ਵਿਚਾਰਾ ਗਰੀਬ ਆਦਮੀ ਬਚਾਉਂਦਾ ਸੀ, ਉਹਦਾ ਪਹਿਲਾਂ 4%, 3.5% ਸਿੰਘ ਸੀ, ਹੁਣ 2 ਰਹਿ ਗਿਆ। ਐਵਰੇਜ ਤੇ 8, 9, 10, 12 ਤੱਕ ਵੀ ਚਲਾ ਗਿਆ ਸੀ, ਉਹ ਹੁਣ 4, 5 ਰਹਿ ਗਿਆ। ਇਹ ਕੀ ਹੈ? ਇਹ ਲੁੱਟ ਕਾਮਨ ਮੈਨ ਦੀ ਹੈ। ਅਮੀਰ ਨਹੀਂ ਬੈਂਕਾਂ 'ਚ ਪੈਸਾ ਰੱਖਦਾ, ਅਮੀਰ ਤਾਂ ਕਰੰਟ ਅਕਾਊਂਟ ਖੁਲਾਉਂਦਾ ਹੈ। ਇਹ ਗਰੀਬ ਦਾ ਪੈਸਾ ਹੁੰਦਾ ਹੈ। ਸੋ ਉਹ ਗਰੀਬ ਦਾ ਪੈਸਾ ਵੱਡੀ ਰੋਡ ਬਣਾਉਣ ਤੇ ਪਹਿਲਾਂ ਲੈਂਦੇ ਨੇ, ਉਹ ਅਮੀਰ ਨੂੰ ਦੇ ਦਿੰਦੇ ਨੇ, ਫਿਰ ਉਹ ਮਾਰ ਕੇ ਭੱਜ ਜਾਂਦਾ ਹੈ। ਫਿਰ ਉਹ ਉਹਦੇ 'ਚ ਟੋਲ ਵਾਧੂ ਲਾਉਂਦਾ, ਕਿਉਂਕਿ ਖਰਚਾ ਕਹਿੰਦਾ ਮੇਰਾ ਜ਼ਿਆਦਾ ਹੋਇਆ ਝੂਠ ਦਿਖਾ ਕੇ। ਫਿਰ ਉਹ ਟੋਲ ਜ਼ਿਆਦਾ ਦੇਰ ਲਾਈ ਰੱਖਦਾ ਹੈ, ਫਿਰ ਉਹ ਟੋਲ ਦਾ ਰੇਟ ਵਧਾਈ ਜਾਂਦਾ, ਸੜਕ ਨੂੰ ਠੀਕ ਨਹੀਂ ਕਰਾਉਂਦਾ। ਫਿਰ ਉਹ ਉੱਥੇ ਵਹੀਕਲ ਜਿਹੜੇ ਰੋਜ਼ ਵਧੀ ਜਾਂਦੇ ਨੇ ਉਹਦੀ ਗਿਣਤੀ ਨਹੀਂ ਦੱਸਦਾ, ਤੇ ਫਿਰ ਉਹ ਜਿਹੜੇ ਪੈਸੇ ਉਹਦੇ ਕੋਲ ਆ ਰਹੇ ਨੇ ਰੋਜ਼ ਦੇ, ਉਹ ਤੋਂ ਤੀਜਾ ਹਿੱਸਾ ਸਰਕਾਰ ਨੂੰ ਦਿਖਾਉਂਦਾ ਹੈ। ਪਰਚੀ ਤਾਂ ਤੁਹਾਨੂੰ ਲੱਗਦਾ ਕੰਪਿਊਟਰ ਜੇ ਚੋਂ ਕੱਟਦੀ ਹੈ, ਤੁਹਾਡੇ ਖਿਆਲ 'ਚ ਕੰਪਿਊਟਰ 'ਚੋਂ ਪਰਚੀ ਕੱਟਣ ਦਾ ਮਤਲਬ ਸਰਕਾਰ ਨੂੰ ਪਤਾ ਲੱਗ ਗਿਆ। ਸੋ ਇਸ ਕਰਕੇ ਟੋਲ 'ਚ ਹਰ ਤਰ੍ਹਾਂ ਦੀ ਹੇਰਾਫੇਰੀ ਹੋ ਰਹੀ ਹੈ। ਔਰ ਇਹ ਜਿਹੜਾ ਉਗਰਾਹਾਂ ਗਰੁੱਪ ਨੇ ਕਹਿਤਾ ਵੀ ਜਿਹੜੇ ਅਸੀਂ 108 ਟੋਲ ਪਲਾਜ਼ੇ ਪੰਜਾਬ 'ਚ ਘਿਰੇ ਹੋਏ ਸੀ, ਉਹਨਾਂ 'ਚੋਂ 39 ਜਿਹੜੇ ਸੀ ਉਗਰਾਹਾਂ ਗਰੁੱਪ ਨੇ ਘਿਰੇ ਹੋਏ ਸੀ, 69 ਟੋਲ ਪਲਾਜ਼ੇ ਬਾਕੀਆਂ ਨੇ ਘਿਰੇ ਹੋਏ ਸੀ, ਤੇ ਬਾਕੀਆਂ ਨੇ ਖਾਲੀ ਕਰਤੇ ਨੇ। ਤੇ ਉਗਰਾਹਾਂ ਗਰੁੱਪ ਨੇ ਵੀ 24 ਟੋਲ ਪਲਾਜ਼ਿਆਂ ਦੇ ਉੱਤੇ ਆਪਦਾ ਅਜੇ ਰੱਖਿਆ ਵੀ ਜਿੰਨਾ ਚਿਰ ਇਹ ਜਿਹੜਾ ਵਧਾਇਆ ਤੁਸੀਂ ਉਹ ਵਾਪਸ। ਹੁਣ ਤੁਸੀਂ ਸਵਾਲ ਕਰ ਲਓ, ਫਿਰ ਮੈਂ ਜਵਾਬ ਦਿੰਦਾ। ਬਿਲਕੁਲ ਡਾਕਟਰ ਸਾਹਿਬ, ਇਹਦੇ ਵਿੱਚ ਗੱਲ ਜਿਹੜੀ ਆਉਂਦੀ ਕਿ ਜਿਵੇਂ ਕਿਸਾਨਾਂ ਨੇ ਝੰਡਾ ਚੁੱਕਿਆ ਪ੍ਰਾਈਵੇਟ, ਕਿਸਾਨਾਂ ਨੇ ਝੰਡਾ ਚੁੱਕਿਆ ਕਾਰਪੋਰੇਟ ਦੇ ਖਿਲਾਫ, ਇਹ ਸਾਰਾ ਕੁਝ ਉਧਰ ਨੂੰ ਹੀ ਦਿਖਦਾ ਹੈ। ਕਿਉਂਕਿ ਜਦੋਂ ਬੀਜੇਪੀ ਨੂੰ ਪੁੱਛ ਲਓ ਤਾਂ ਉਹ ਕਹਿੰਦੇ ਨੇ ਕਿ ਜੀ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੇ, ਉਹਨਾਂ ਨੇ ਤਾਂ ਲੈਣਾ ਹੀ ਲੈਣਾ, ਹੁਣ ਦੁੱਗਣਾ ਕਰਕੇ ਲੈਣਗੀਆਂ। ਮਤਲਬ ਕਿ ਇਹਦੇ ਵਿੱਚ ਜੇ ਅਸੀਂ ਸਰਕਾਰ ਦੇ ਰੋਲ ਨੂੰ ਦੇਖ ਲਈਏ, ਜਿਵੇਂ ਸਾਡੀ ਸੂਬਾ ਸਰਕਾਰ ਹੈ, ਅਸੀਂ ਸਰਕਾਰ ਨੂੰ ਚੁਣਿਆ ਕਿ ਸਰਕਾਰ ਸਾਡੀ ਆਵਾਜ਼, ਸਾਡੇ ਸਮੱਸਿਆਵਾਂ ਦਾ ਹੱਲ ਕੱਢੇ। ਸਰਕਾਰ ਤੋਂ ਜੇ ਆਪਣੇ ਪੱਧਰ ਤੇ ਜੇ ਉਹਨਾਂ ਦੀ ਗੱਲ ਕੇਂਦਰ ਨਾਲ ਹੋਣੀ ਚਾਹੀਦੀ ਹੈ ਤਾਂ ਉੱਥੇ ਇਸ ਮਸਲੇ ਨੂੰ ਚੁੱਕੇ, ਬਜਾਏ ਇਸ ਦੇ ਕਿ ਹੁਣ ਸਾਰੇ ਮਸਲਿਆਂ ਦਾ ਹੱਲ ਕਢਾਉਣ ਦੇ ਲਈ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਧਰਨੇ ਤੇ ਬਹਿਣਾ ਪੈ ਰਿਹਾ। ਮੈਂ ਤਾਂ ਆਮ ਲੋਕਾਂ ਦੀਆਂ ਵੀਡੀਓਜ਼ ਵੀ ਸੁਣ ਰਿਹਾ ਸੀ, ਉਹਨਾਂ 'ਚ ਵੀ ਹਾਹਾਕਾਰ ਮਚੀ ਹੋਈ ਹੈ ਕਿ ਟੋਲ ਟੈਕਸ ਖੁੱਲ ਗਏ, ਅੱਗੇ ਮਹਿੰਗਾਈ ਲਗਾਤਾਰ, ਤੇਲ ਸਿਲੰਡਰ ਸਾਰੇ ਭਾਅ ਵੱਧ ਰਹੇ ਨੇ, ਤੇ ਹੁਣ ਇਹ ਪਾਸਾ ਆ ਗਿਆ। ਫਿਰ ਤਾਂ ਲੋਕਾਂ ਨੂੰ ਵੀ ਹੁਣ ਜਾਗ ਜਾਣਾ ਚਾਹੀਦਾ ਕਿ ਜਿਹੜੀਆਂ ਸਰਕਾਰਾਂ ਤੁਸੀਂ ਚੁਣਦੇ ਹੋ ਉਹ ਤੁਹਾਡੀ ਆਵਾਜ਼ ਨਹੀਂ ਸੁਣਦੀਆਂ, ਉਹ ਸਿਰਫ ਆਪਣੀਆਂ ਵੋਟਾਂ ਤੱਕ ਸੀਮਤ ਨੇ, ਆਪਣੇ ਕਾਰੋਬਾਰ ਤੱਕ ਸੀਮਤ ਨੇ। ਦੇਖੋ, ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਵੀ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ। ਹਾਹਾਕਾਰ ਗਰੀਬ 'ਚ ਮੱਚਣੀ ਚਾਹੀਦੀ ਹੈ, ਜਿਹੜੇ ਕੋਲ ਪੈਸੇ ਨੇ ਹਾਹਾਕਾਰ ਤਾਂ ਉਹ ਵੀ ਮਚਾਉਂਦਾ, ਦੇਣਾ ਨਹੀਂ ਚਾਹੁੰਦਾ ਉਹ, ਕਿਉਂਕਿ ਸਰਕਾਰ ਉਹ ਤੋਂ ਲੈਣਾ ਵੀ ਨਹੀਂ ਚਾਹੁੰਦੀ ਤੇ ਉਹ ਦੇਣਾ ਵੀ ਨਹੀਂ ਚਾਹੁੰਦਾ, ਤੇ ਸਰਕਾਰ ਦੀ ਸ਼ਹਿ 'ਚ ਹੀ ਉਹ ਹਾਹਾਕਾਰ ਮਚਾਉਂਦਾ ਵੀ ਲੋਕਾਂ ਨੂੰ ਲੱਗੇ ਵੀ ਬੜਾ ਤੰਗ ਹੈ। ਤੁਸੀਂ ਕਦੇ ਵੱਡੇ ਤੋਂ ਵੱਡੇ ਵੀ ਉਹ ਕਾਹਦਾ ਜੀ ਮਸਾਂ ਆਈ ਚਲਾਈ ਚੱਲਦੀ ਹੈ ਕਿ ਮੈਂ ਤਾਂ ਕਹਿਣਾ ਵੀ ਇਹ ਕਿਵੇਂ ਰੌਲਾ ਪਾਉਂਦੇ ਨੇ। ਇੱਕ ਮੈਨੂੰ ਦੁਕਾਨਦਾਰ ਕਹਿੰਦਾ ਜੀ ਅਸੀਂ ਤਾਂ ਘਾਟਾ ਪਾ ਕੇ ਸਮਾਨ ਵੇਚ ਰਹੇ ਹਾਂ। ਮੈਂ ਕਿਹਾ ਯਾਰ ਫਿਰ ਤੂੰ ਦੁਕਾਨ ਬੰਦ ਕਰ ਦੇ, ਘਾਟਾ ਪਾ ਕੇ। ਵੀ ਮੈਂ ਯੂਨੀਵਰਸਿਟੀ ਦਾ ਰਜਿਸਟਰ ਸੀ, ਸਾਨੂੰ ਤਾਂ ਜੀ ਐਂ ਘਾਟਾ ਪੈਂਦਾ। ਮੈਂ ਕਿਹਾ ਤੁਸੀਂ ਕਾਲਜ ਬੰਦ ਕਰ ਦਿਓ, ਤੁਹਾਨੂੰ ਕਿਹਨੇ ਕਿਹਾ ਕਾਲਜ ਚਲਾਓ। ਤੁਸੀਂ ਘਾਟਾ ਨਾ ਕਹੋ, ਜਾਂ ਤਾਂ ਤੁਸੀਂ ਕਹੋ ਜੀ ਅਸੀਂ ਤਾਂ ਸੇਵਾ 'ਚ ਕੰਮ ਕਰ ਰਹੇ ਹਾਂ। ਤੁਸੀਂ ਕਹਿੰਦੇ ਘਾਟਾ ਪਾ ਰਹੇ ਹਾਂ, ਇਹਦਾ ਮਤਲਬ ਤੁਸੀਂ ਇਹਨੂੰ ਬਿਜ਼ਨਸ ਬਣਾਇਆ। ਘਾਟਾ ਪਾ ਕੇ ਤਾਂ ਕੋਈ ਬਿਜ਼ਨਸ ਚਲਾਉਂਦਾ ਹੀ ਨਹੀਂ, ਤਾਂ ਬੰਦ ਕਰ ਦਿੰਦਾ। ਤੁਸੀਂ ਜ਼ਰੂਰ ਕਹਿੰਦੇ ਨਹੀਂ ਜੀ ਨਹੀਂ ਅਸੀਂ ਚਲਾਉਣਾ ਜ਼ਰੂਰ ਹੈ। ਤੁਹਾਨੂੰ ਕਿਹਨੇ ਸੁੱਖ ਕੇ ਦਿੱਤਾ ਵੀ ਘਾਟਾ ਪਾ ਕੇ ਬਣਾਓ? ਸੋ ਕਿਹਨੇ ਕਿਹਾ ਵੀ ਰੋਡ ਬਣਾਵੇ ਤੇ ਘਾਟਾ ਪਾ ਕੇ ਬਣਾਵੇ? ਇਹ ਤਾਂ ਕਿਸੇ ਨੇ ਨਹੀਂ ਕਿਹਾ ਸੜਕ ਬਣਾਉਣ ਨੂੰ। ਬੀਜੇਪੀ ਦਾ ਜਿਹੜਾ ਰੌਲਾ, ਬੀਜੇਪੀ ਤਾਂ ਮਤਲਬ ਡਮਰੂ ਹੈ।
ਕੀ ਹੈ ਜੇ ਮੋਦੀ ਸਾਹਿਬ ਨੇ ਡਮਰੂ ਵਜਾਤਾ ਵੀ ਕਾਨੂੰਨ ਠੀਕ ਨੇ, ਉਹ ਠਾ 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 ਕਾਨੂੰਨ ਠੀਕ, ਕਾਨੂੰਨ ਠੀਕ, ਕਾਨੂੰਨ ਠੀਕ, ਕਾਨੂੰਨ ਠੀਕ, ਡਮਰੂ ਵਜਾਉਣਾ ਸ਼ੁਰੂ ਕਰਤਾ ਇਹਨਾਂ ਨੇ। ਜਿੱਦੇ ਉਹਨਾਂ ਨੇ ਆਪ ਹੀ ਇਹਨਾਂ ਨੂੰ ਬਿਨਾਂ ਪੁੱਛੇ, ਕਿਸੇ ਨੂੰ ਪਤਾ ਨਹੀਂ ਸੁਤਾ ਨਹੀਂ, ਸਵੇਰੇ ਕਹਿੰਦਾ ਵਾਪਸ ਕਰੇ, ਵਾਪਸ ਲੈ ਲੈ, ਵਾਪਸ ਲੈ ਲੈ, ਠੀਕ ਹੋ ਗਿਆ, ਠੀਕ ਹੋ ਗਿਆ, ਮੋਦੀ ਤਕੜਾ, ਮੋਦੀ ਤਕੜਾ, ਫੇਰ ਡਮਰੂ ਵਜਾਤਾ। ਹੁਣ ਟੌਲ ਪਲਾਜ਼ਾ ਉੱਤੇ ਡਮਰੂ ਵਜਾ ਰਹੇ ਨੇ। ਬੀਜੇਪੀ ਤਾਂ ਡਮਰੂ ਵਜਾਉਂਦੀ ਹੈ। ਬੀਜੇਪੀ ਰੈਸ਼ਨਲ ਗੱਲ ਕਰਦੀ ਹੋਈ ਨਹੀਂ। ਜੋ ਤੋਂ ਮੋਦੀ ਨੇ ਕਹਿਤਾ ਜਾਂ ਉਹਨੇ ਲੋਕਾਂ ਨੂੰ ਵਿਰੋਧ ਕਰਨਾ, ਦੋ ਹੀ ਕੰਮ ਨੇ ਬੀਜੇਪੀ ਦੇ। ਲੋਕਾਂ ਨੂੰ ਵੰਡਣਾ ਹੈ, ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਨੇ ਉਹਨਾਂ ਤੇ ਬਿੱਲੇ ਲਾ ਦਿੰਦੇ, ਕਾਮਰੇਡ ਹੈ ਜੀ, ਇਹ ਨਕਸਲਾਈਟ ਹੈ ਜੀ, ਇਹ ਖਾਲਿਸਤਾਨੀ ਹੈ ਜੀ, ਇਹ ਤਾਂ ਦਲਿਤਾਂ ਸ਼ਡਿਊਲਡ ਕਾਸਟਾਂ ਦੇ ਉਲਟਾ ਜੀ, ਇਹ ਤਾਂ ਆਪ ਹੀ ਸ਼ਡਿਊਲਡ ਕਾਸਟਾਂ ਦੀ ਵਿਰੋਧਤਾ ਕਰਦੇ ਆ ਹਰ ਗੱਲ 'ਚ, ਚਾਹੇ ਉਹ ਰਿਜ਼ਰਵੇਸ਼ਨ ਦਾ ਮਾਮਲਾ ਹੈ, ਚਾਹੇ ਉਹਨਾਂ ਦੀ ਕਾਸਟ ਦੇ ਵਿੱਚ ਜਿਹੜਾ ਉਹ ਆਪਰੇਸ਼ਨ, ਕਾਸਟ ਆਪਰੇਸ਼ਨ ਜਿਹਨੂੰ ਆਪਾਂ ਕਹਿੰਦੇ ਪੀੜਨ, ਉਤਪੀੜਨ ਹੈ ਜਿਹੜਾ ਜਾਤ ਕਰਕੇ, ਉਹਦਾ ਮਾਮਲਾ ਹੈ। ਮਨੂ ਸਿਮਰਤੀ ਸਾਰਾ ਕੁਝ ਕਰਾ ਰਹੀ ਹੈ, ਪਰ ਉਹੀ ਸ਼ਡਿਊਲਡ ਕਾਸਟ ਇਹਨਾਂ ਦੇ ਨਾਲ ਵੀ ਨੇ, ਕਿਉਂਕਿ ਜਿਹੜੇ ਉਹਨਾਂ 'ਚ ਬ੍ਰਾਹਮਣ ਬਣ ਗਏ ਉਹਨਾਂ ਨੂੰ ਲੱਗਦਾ ਵੀ ਬੀਜੇਪੀ 'ਚ ਪਾਵਰ ਮਿਲਣੀ ਹੈ ਔਰ ਇਹ ਵਧੀਆ ਗੱਲ ਹੈ, ਥੱਲੇ ਨੂੰ ਦਬਾ ਕੇ ਰੱਖੋ। ਦੂਜੇ ਪਾਸੇ ਇੱਦਾਂ ਹੀ ਜਿਹੜੇ ਉੱਚੀਆਂ ਜਾਤੀਆਂ ਨੇ ਉਹ ਵੀ ਉਹਦੇ ਵਿੱਚ, ਉਹਨਾਂ ਦੇ ਕਿਹੜਾ ਗਰੀਬ ਨਹੀਂ ਹੈਗੇ, ਉਹ ਗਰੀਬ ਵੀ ਸਫਰ ਕਰਦੇ ਨੇ। ਸੋ ਸਾਡੇ ਜਿਹੜਾ ਇਹ ਰੌਲਾ ਪਾਉਣ ਦੀ ਆਦਤ ਪੈ ਗਈ, ਟੋਲ ਪਲਾਜ਼ੇ ਬੰਦ ਰਹੇ, ਐਂ ਤਾਂ ਫਿਰ ਕਹਿਣਗੇ ਕੋਵਿਡ ਰਿਹਾ ਜੀ, ਇੰਡਸਟਰੀ ਬੰਦ ਹੋ ਗਈ, ਅਸੀਂ ਹੁਣ ਭਾਅ ਵਧਾ ਦੇਣਗੇ। ਕੋਵਿਡ ਵੇਲੇ ਸੜਕਾਂ ਨਹੀਂ ਚੱਲਦੀਆਂ ਸੀ, ਕੋਵਿਡ ਵੇਲੇ ਤਾਂ ਵਹੀਕਲ ਨਹੀਂ ਚੱਲੇ ਨਾ ਇਹਨੇ। ਪਹਿਲਾਂ ਤਾਂ 1 ਲੱਖ ਤਾਂ ਬੰਦ ਹੀ ਕਰਤਾ ਸੀ, ਪੰਜਾਬ ਤਾਂ ਕਰਫਿਊ ਲਾਤਾ ਸੀ ਕਿਸਮ ਦਾ, ਤੇ ਫਿਰ ਉਹਦੀ ਕੰਪਨਸੇਸ਼ਨ ਕਿਹਨੇ ਦਿੱਤੀ, ਕਿੰਨੀ, ਕਿੱਥੇ ਆ ਉਹ ਕੰਪਨਸੇਸ਼ਨ? ਜੇ ਉਦੋਂ ਦਿੱਤੀ ਜਾ ਸਕਦੀ ਹੁਣ ਦੇ ਦਿਓ। ਕਿਸਾਨਾਂ ਦਾ ਅੰਦੋਲਨ ਤੁਸੀਂ ਵੀ ਕਰਾਇਆ ਨਾ, ਤੁਸੀਂ ਜਿਹੜੇ ਸਾਲ ਬਾਅਦ 1 ਸਾਲ 14 ਦਿਨ ਬਾਅਦ ਕਾਨੂੰਨ ਵਾਪਸ ਲਏ ਨੇ, ਤੁਸੀਂ ਉਹ 14ਵੇਂ ਦਿਨ ਕਿਉਂ ਨਹੀਂ ਲਏ? ਤੁਸੀਂ ਲੈ ਲੈਂਦੇ ਵਾਪਸ। ਤੁਸੀਂ ਧੱਕੇ ਨਾਲ ਕਾਨੂੰਨ ਬਣਾਤੇ, ਧੱਕੇ ਨਾਲ ਉਹ ਪਾਸ ਕਰਾਤੇ, ਜਿੱਥੇ ਕਿ ਉਹ ਮਰਿਆਦਾ ਵੀ ਤੋੜਤੀ। ਤੁਹਾਡਾ ਅਧਿਕਾਰ ਖੇਤਰ ਨਹੀਂ, ਤੁਸੀਂ ਕਾਨੂੰਨ ਬਣਾਤੇ। ਬੀਜੇਪੀ ਦਾ ਕੋਈ ਬੋਲਿਆ ਵੀ ਅਧਿਕਾਰ ਖੇਤਰ ਨਹੀਂ ਸੀ? ਇੱਕ ਬੰਦਾ ਬੋਲਿਆ ਦਿਖਾ। ਜਿਹੜੇ ਬੋਲੇ ਨੇ ਉਹ ਛੱਡ ਗਏ ਬੀਜੇਪੀ ਨੂੰ। ਰੈਸ਼ਨਲ ਬੰਦੇ ਬੀਜੇਪੀ 'ਚ ਹੈਗੇ ਨੇ, ਐ ਨਹੀਂ ਵੀ ਰੈਸ਼ਨਲ ਨਹੀਂ ਹੈਗੇ। ਬੀਜੇਪੀ ਕੋ ਸਾਰੀ ਮਾੜੀ ਨਹੀਂ ਹੈ, ਪਰ ਸਵਾਲ ਇਹ ਤੁਸੀਂ ਕਿਹਦੇ ਨਾਲ ਖੜਦੇ ਹੋ? ਕੀ ਤੁਸੀਂ ਲੋਕਾਂ ਪੱਖੇ ਖੜਦੇ ਹੋ, ਚਾਹੇ ਦਬਾਅ 'ਚ ਹੀ ਖੜਦੇ ਹੋ? ਲੋਕਾਂ ਦਾ ਦਬਾਅ ਵੀ ਤਾਂ ਕੋਈ ਚੀਜ਼ ਹੈ ਨਾ। ਹੋ ਸਕਦਾ ਮੈਂ ਆਪਦੀ ਡਿਊਟੀ ਨਾ ਕਰਦਾ ਹਾਂ, ਪਰ ਜਦ 4 ਬੰਦੇ ਆ ਕੇ ਕਹਿੰਦੇ ਵੀ ਵੋਟ ਕਿਉਂ ਨਹੀਂ ਕਰਦਾ, ਫਿਰ ਮੈਂ ਡਰ ਕੇ ਕਰਦਾ। ਦਬਾਅ ਵੀ ਤਾਂ ਕੋਈ ਚੀਜ਼ ਹੈ ਨਾ। ਸੋ ਬੀਜੇਪੀ ਦੇ ਬੰਦੇ ਤਾਂ ਟੁੱਟ ਕੇ ਵੀ ਗਏ ਨੇ। ਬੀਜੇਪੀ ਦੇ ਬੰਦੇ ਤਾਂ ਵਾਭਰ ਕੇ ਕਿਹਾ ਸੀ ਵੀ ਕਾਨੂੰਨ ਇਹ ਗਲਤ, ਇਹਨਾਂ ਨੂੰ ਵਾਪਸ ਲਓ। ਗਲਤ ਠੀਕ ਨਾ ਵੀ ਕਿਹਾ ਹੋਵੇ, ਵੀ ਜਦ ਕਿਸਾਨ ਰੌਲਾ ਬੰਦੇ ਭਾਈ ਵਾਪਸ ਲੈ ਲਓ। ਰੈਸ਼ਨ ਬੰਦੇ ਇਹ ਨਹੀਂ ਹੈ ਕਿ ਅੱਛਾ ਏਦਾਂ ਹੀ ਕਾਂਗਰਸ ਦੇ ਰੈਸ਼ਨ ਹੈਗੇ ਨੇ। ਕਾਂਗਰਸ ਨੇ ਕਿੰਨੀਆਂ ਸਰਕਾਰਾਂ ਨੇ ਪਾਸ ਕਰਿਆ ਵੀ ਇਹ ਬਿੱਲ ਰੱਦ ਕਰਨੇ ਆ। ਸ਼ੁਰੂ 'ਚ ਇਕੱਲੇ ਪੰਜਾਬ ਨੂੰ ਛੱਡ ਕੇ ਕਿਸੇ ਨੇ ਪਾਸ ਕਰਿਆ ਸੀ? ਕਾਂਗਰਸ ਦੀਆਂ ਸਰਕਾਰਾਂ ਤਾਂ ਹੋਰ ਸੂਬਿਆਂ 'ਚ ਵੀ ਸੀਗੀਆਂ। ਸੋ ਇਸ ਕਰਕੇ ਆਪਾਂ ਰੈਸ਼ਨੈਲਿਟੀ ਬੀਜੇਪੀ ਦੀ ਛੱਡੀਏ। ਬੀਜੇਪੀ ਜਿਹੜੀ ਬੈਂਡ ਵੈਗਨ ਬਣੀ ਹੋਈ ਹੈ ਮੋਦੀ ਸਾਹਿਬ ਦਾ, ਉਹ ਤਾਂ ਉਹਨੇ ਉਹ ਤੂਤੀ ਵਜਾਣੀ ਹੈ। ਉਹ ਤਾਂ ਜਿਵੇਂ ਇੱਕ ਹੋਣਾ ਨਾ ਵੀ ਇੱਕ ਪੂ, ਉਹ ਦੂਜੇ ਪੂ ਸ਼ੁਰੂ ਕਰ ਦਿੰਦੇ ਨੇ, ਉਹ ਵਾਜਾ ਵਜਾਉਂਦੇ ਨੇ ਨਾਲ ਨਾਲ ਹੀ। ਉਹਨੂੰ ਆਪ ਨੂੰ ਨਹੀਂ ਵਜਾਣਾ ਆਉਂਦਾ, ਜੋ ਉੱਤੋਂ ਵੱਜਦਾ ਉਹ ਧਾਰਨਾ ਅੱਗੇ ਠਾ ਠਾ। ਮੈਨੂੰ ਐਂ ਲੱਗਦਾ ਵੀ ਸ਼ੇਰਸ਼ਾਹ ਸੂਰੀ ਵੇਲੇ ਨਾ ਜਿਹੜੇ ਉਹਨੇ ਬਣਾਇਆ ਸੀ GT ਰੋਡ ਦੇ ਉੱਤੇ ਨਾ ਇੱਕ ਬਣੇ ਹੋਏ ਨੇ ਸਤੰਭ ਜੇ, ਉਹਦੇ ਵਿੱਚ ਖੜ ਕੇ ਉਹ ਇੱਕ ਬੰਦਾ ਡੱਗਾ ਮਾਰਦਾ ਸੀ, ਉਹ ਦੂਜੇ ਨੂੰ ਸੁਣਦਾ ਸੀ, ਉਹ ਉਹਨੇ ਡੱਗੇ ਅੱਗੇ ਮਾਰਦਾ ਸੀ। ਉਹ ਲਾਹੌਰ ਪਸ਼ਾਵਰ ਤੱਕ ਪਹੁੰਚ ਜਾਂਦੀ ਸੀ ਗੱਲ ਕਲਕੱਤੇ ਤੋਂ। ਸੋ ਉਹੀ ਡੱਗਾ ਇਹ ਮਾਰਦੇ ਨੇ, ਇਹ ਸਿਰਫ ਡੱਗਾ ਮਾਰਦੇ ਨੇ। ਉਹ ਡੱਗੇ ਦਾ ਕੋਈ ਮਤਲਬ ਸੀ, ਇਹਨਾਂ ਦੇ ਦਾ ਕਈ ਵਾਰ ਮਤਲਬ ਵੀ ਨਹੀਂ ਹੁੰਦਾ। ਸੋ ਬੀਜੇਪੀ ਦੇ ਵਿਰੋਧ ਨੂੰ ਆਪਾਂ ਨਾ ਗਿਣੀਏ, ਇਹ ਜੋ ਮਰਜ਼ੀ ਕਹਿਣ। ਸੜਕਾਂ ਜਿਹੜੀਆਂ ਨੇ, ਸੜਕਾਂ ਦੇ ਉੱਤੇ ਟੋਲ ਟੈਕਸ ਗਲਤ ਲੱਗਿਆ ਹੋਇਆ। ਟੋਲ ਟੈਕਸ ਲਾਉਣ ਦੀ ਬਜਾਏ ਜੇ ਲਾਉਣਾ ਤਾਂ ਉਹਦੀ ਰੈਸ਼ਨੈਲਿਟੀ ਕਰਨੀ ਹੈ। ਇਹ ਲੁੱਟ ਦਾ ਇੱਕ ਸਾਧਨ ਬਣਾਇਆ ਹੋਇਆ, ਸਮੇਂ ਦੀ ਬਰਬਾਦੀ ਵੀ ਹੈਗੀ ਹੈ। ਜੀ ਮੈਂ ਡਾਕਟਰ ਸਾਹਿਬ ਇਹਦੇ ਵਿੱਚ ਸਵਾਲ ਇੱਕ ਕੀਤਾ ਸੀ ਕਿ ਪੰਜਾਬ ਸਰਕਾਰ ਦੀ ਭੂਮਿਕਾ, ਜਿਵੇਂ ਸਟੇਟ ਸਰਕਾਰਾਂ ਦੀ ਭੂਮਿਕਾ, ਇਹ ਕਿਉਂ ਨਹੀਂ ਝੰਡਾ ਚੱਕਦੇ? ਦੇਖੋ ਗੱਲ ਇਹ ਹੈ ਵੀ ਪੰਜਾਬ ਸਰਕਾਰ ਦੀ ਭੂਮਿਕਾ ਤੁਸੀਂ ਕੀ ਲਓਗੇ? ਪੰਜਾਬ ਦੀ ਕੋਈ ਪਾਰਟੀ ਪੰਜਾਬੀ ਉੱਤੇ ਬੋਲੀ ਹੈ? ਜਿਹੜੀ ਸਰਕਾਰ ਨੇ ਉਹ ਆਪਦਾ ਕਾਨੂੰਨ ਜਿਹਾ ਬਣਾ ਕੇ ਲੋਕਾਂ ਦਾ ਵਿਰੋਧ, ਜਿਹੜਾ ਕੇਂਦਰ ਨੇ ਧੱਕਾ ਕਰਿਆ ਪੰਜਾਬੀ ਨਾਲ, ਉਹ ਧੱਕਾ ਤਾਂ ਉੱਥੇ ਹੀ ਕਾਇਮ ਹੈ। ਇਹਨਾਂ ਨੇ ਆਪਦਾ ਕਾਨੂੰਨ ਬਣਾ ਕੇ ਲੋਕਾਂ ਨੂੰ ਚੁੱਪ ਜਿਹਾ ਕਰਾਤਾ। ਉਹ ਕਾਨੂੰਨ ਕਾਨੂੰਨੀ ਨਹੀਂ ਹੈਗਾ, ਗੈਰ ਕਾਨੂੰਨੀ ਕਾਨੂੰਨ ਆ ਉਹ। ਮੈਂ ਕਹਿਣਾ ਜਿਹੜਾ ਮਰਜ਼ੀ ਇਹਨਾਂ ਦਾ ਆ ਜੇ, ਜਿਹੜਾ ਮਰਜ਼ੀ, ਉਹ ਬੜੇ ਖੁਸ਼ ਨੇ। ਆਫਟਰ ਉਹ ਤਾਂ ਸਾਰੇ ਅਸੈਂਬਲੀ ਨੇ ਪਾਸ ਕਰਿਆ ਕਾਨੂੰਨ ਪੰਜਾਬੀ ਦਾ ਅਮੈਂਡਮੈਂਟ ਦਾ, ਉਹਦੇ 'ਚ ਤਾਂ ਸਾਰੀਆਂ ਪਾਰਟੀਆਂ ਨੇ। ਕਿਸੇ ਨੇ ਦਿਖਾਓ ਕਿੱਥੇ ਕਿਹਾ ਵੀ ਇਹ ਕਾਨੂੰਨ ਤਾਂ ਤੁਹਾਡਾ ਲਾਗੂ ਨਹੀਂ ਹੋਣਾ, ਤੁਸੀਂ ਦੱਸੋ ਕਾਹਦੇ ਵਾਸਤੇ ਬਣਾ ਰਹੇ ਹੋ? ਇੱਕ ਨੇ ਬਿਆਨ ਦਿੱਤਾ ਹੋਵੇ ਉੱਥੇ। ਅਸੈਂਬਲੀ 'ਚ ਕਾਨੂੰਨ ਪਾਸ ਤਾਂ ਚਲੋ ਮੈਜੋਰਟੀ ਨਾਲ ਕਰ ਦਿੰਦੇ, ਕਿਸੇ ਨੇ ਬਿਆਨ ਦਿੱਤਾ ਵੀ ਇਹ ਕਾਨੂੰਨ ਭਾਈ ਉਹ CBSE ਵਾਲੇ ਮਾਮਲੇ ਨੂੰ ਤਾਂ ਹੱਲ ਹੀ ਨਹੀਂ ਕਰਦਾ। ਉਹ ਕਹਿੰਦਾ ਹੋਊਗਾ ਵੀ ਤੁਸੀਂ ਧੱਕਾ ਕਰਦੇ ਹੋ, ਤੁਸੀਂ ਐਵੇਂ ਦਿਖਾਵਾ ਕਰਦੇ ਹੋ, ਵਿਰੋਧ ਕਰਿਆ ਹੋਊ ਕਾਨੂੰਨ ਦਾ। ਪਰ ਕੀ ਕਾਨੂੰਨ ਦਾ ਇਹ ਕਹਿ ਕੇ ਵਿਰੋਧ ਕਰਿਆ ਵੀ ਇਹ ਕਾਨੂੰਨ ਤਾਂ ਭਾਈ ਪ੍ਰਭਾਵ ਹੀ ਨਹੀਂ ਪਾਉਣਾ, ਜਿਹੜਾ ਤੁਸੀਂ ਕੰਮ ਕਰਨਾ ਚਾਹੁੰਦੇ ਕੰਮ ਹੀ ਨਹੀਂ ਹੋਣਾ ਉਹਦੇ ਰਾਹੀਂ।
ਇਹ ਦਿਖਾਓ ਕਿਸੇ ਨੇ ਕਿਹਾ ਹੋਵੇ। 117 ਚੁਣੇ ਹੋਏ ਐਮਐਲਏ ਨੇ। ਚਲੋ ਬੀਜੇਪੀ ਦੇ ਤਾਂ 2 ਨਹੀਂ ਬੋਲਦੇ, ਉਹ ਤਾਂ ਕਦੇ ਵੀ ਨਹੀਂ ਬੋਲੇ, ਉਹ ਤਾਂ ਉਲਟੀ ਨੇ। ਬੀਜੇਪੀ ਦੇ ਤਾਂ ਪਾਰਟੀ ਦਾ ਆਪਣੇ ਆਪ ਹੀ ਕਰੈਕਟਰ ਪਤਾ ਲੱਗ ਜਾਂਦਾ ਹੈ ਜਦ 2 ਐਮਐਲਏ ਉਹਨਾਂ ਦੇ ਨਾ ਖੇਤੀ ਬਿੱਲਾਂ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਆਪਣਾ ਕਿਨਾਰਾ ਕਰੀ ਜਾਂਦੇ ਨੇ। ਇਹ ਤੋਂ ਪਤਾ ਲੱਗ ਜਾਂਦਾ ਵੀ ਬੀਜੇਪੀ ਕਰਦੇ। ਸਿੱਧੇ ਸ਼ਰੇਆਮ ਕਹਿੰਦੇ ਜਿਹੜੇ ਅੱਜ ਬੀਜੇਪੀ ਜਾ ਕੇ ਕਹਿੰਦੇ ਨੇ ਵੀ ਪੰਜਾਬ ਦੇ, ਉਹ ਤਾਂ ਪੰਜਾਬ ਦੇ ਪੋਲੀਟੀਕਲ ਤਾਂ ਉਹਨਾਂ ਨੇ ਕਦੇ 2 ਸੀਗੇ ਸਿਰਫ। ਸੋਚ ਲੈਂਦੇ ਯਾਰ ਸਾਡੇ 2 ਨਾਲ ਫਰਕ ਕੀ ਪੈਂਦਾ ਹੈ, ਅਸੀਂ ਕਾਹਨੂੰ ਪੰਜਾਬ ਦੇ ਉਲਟ ਹੋਣਾ। ਦੋਨੇ ਜਮੇ ਹੀ ਉਲਟ ਰਹੇ ਨੇ। ਤੇ ਹੁਣ ਜੇ 20 ਹੋਣਗੇ ਫਿਰ ਉਲਟ ਨਹੀਂ ਹੋਣਗੇ। ਮੈਂ ਕਾਂਗਰਸ ਦੀ ਜਦ ਸਰਕਾਰ ਬਣਾਉਂਦੀ ਇਹ ਪੂਰੀਆਂ ਤਾਦੇ ਹੀ ਫਿਰਦੇ ਸੀ ਵੀ ਅਸੀਂ ਬਣਾਉਣੀ ਆ। ਮੈਂ ਕਿਸੇ ਟੀਵੀ 'ਚ ਕਹਿ ਰਿਹਾ ਸੀ, ਮੈਂ ਜਿਨ੍ਹਾਂ ਦੇ 44 ਜਾਂ 46 ਆਪੋਜੀਸ਼ਨ 'ਚ ਹੋ ਕੇ ਕੱਖ ਨਹੀਂ ਕਰ ਸਕੇ ਹੈ, ਤੇ ਮੈਂ ਕਿਹਾ ਉਹ 70 ਹੋ ਕੇ ਕੀ ਕਰਨਗੇ। ਉਹ ਆ ਤਾਂ 78 ਗਈਆਂ, ਭਾਵੇਂ ਮੈਂ 70 ਦਾ ਅੰਦਾਜ਼ਾ ਲਾਉਂਦੇ, ਮੈਂ ਉਹ 70 ਹੋ ਕੇ ਕੀ ਕਰ ਲੈਣਗੇ ਸਰਕਾਰ 'ਚ। ਇਹਦਾ ਮਤਲਬ ਜੋ ਪਹਿਲੀ ਅਕਾਲੀ ਬੀਜੇਪੀ ਕਰੀ ਹੈ ਉਹੀ ਇਹ ਕਰੀ ਜਾਣਗੇ, ਕਿਉਂਕਿ 44 46 ਦਾ ਵੀ ਤਾਂ ਕੋਈ ਮਤਲਬ ਹੈ ਆਪੋਜੀਸ਼ਨ ਦਾ। ਸੋ ਇਹ ਦਿਖਾ ਦੇਣ ਵੀ ਅਸੀਂ ਭਾਈ ਪੰਜਾਬੀ। ਇਦਾਂ ਹੀ ਟੋਲ ਪਲਾਜ਼ਾ ਦੀ ਗੱਲ ਹੈ, ਟੋਲ ਪਲਾਜ਼ਾ ਦੱਸ ਦੇਣ। ਇਹ ਤਾਂ ਨਹੀਂ ਪਾਉਂਦੇ ਕਿ ਪੰਜਾਬ ਦੇ ਵਿੱਚ ਅੱਜ ਸਿਰਫ ਕਿਸਾਨੀ ਨੇ ਕਿਹਾ ਵੀ ਕੇਂਦਰ, ਹੁਣ ਤਾਂ ਅਕਾਲੀ ਵੀ ਚੁੱਕਣੋਂ ਹਟ ਗਏ। ਕੇਂਦਰ ਰਾਜ ਸੰਬੰਧਾਂ ਦਾ ਜਿਹੜਾ ਮਾਮਲਾ ਹੈ, ਕੇਂਦਰ ਕੋਲ ਜਿਹੜਾ ਸ਼ਕਤੀਆਂ ਦਾ ਕੇਂਦਰੀਕਰਨ ਕਰਨਾ ਹੈ, ਜਿਹੜੀਆਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ, ਸਾਰੀਆਂ ਸਰਕਾਰਾਂ ਨੇ ਕਰਿਆ, ਨਹਿਰੂ ਸਾਹਿਬ ਤੋਂ ਲੈ ਕੇ ਹੁਣ ਵੀ ਕਰਦੀਆਂ ਨੇ। ਇਹ ਤੇਜ਼ੀ ਨਾਲ ਕਰ ਰਹੀਆਂ ਨੇ, ਇਹ ਧੱਕੇ ਨਾਲ ਵੀ ਕਰ ਰਹੀਆਂ ਨੇ। ਧੱਕਾ ਉਹ ਵੀ ਕਰਦੇ ਸੀ, ਪਰ ਉਹ ਹੌਲੀ ਹੌਲੀ, ਜਿਵੇਂ ਕਹਿੰਦੇ ਨਾ, ਇੱਕ ਮਤਲਬ ਥੋੜਾ ਜਿਹਾ ਨਾਲ ਪਚਕਾਰ ਕੇ ਥੱਪੜ ਮਾਰਦਾ ਹੈ। ਇੱਕ ਕਹਿੰਦਾ ਹੈ ਤੂੰ ਕੌਣ, ਇਹ ਉਹ ਨੇ ਜਿਹੜੇ ਹੈ ਤੂੰ ਕੌਣ ਵਾਲੇ ਨੇ। ਥੱਪੜ ਤਾਂ ਸਾਰੇ ਮਾਰਦੇ ਨੇ। ਸੋ ਇਹਨਾਂ ਨੇ ਕੇਂਦਰ ਰਾਜ ਸੰਬੰਧਾਂ ਦੇ ਉੱਤੇ, ਔਰ ਮੈਂ ਇਹ ਨਹੀਂ ਕਹਿੰਦਾ ਵੱਧ ਸ਼ਕਤੀਆਂ, ਜਿਹੜੀਆਂ ਸ਼ਕਤੀਆਂ ਸਾਡੀਆਂ ਹੈਗੀਆਂ, ਆ ਸੜਕਾਂ ਤਾਂ ਸੜਕੀ ਆਵਾਜਾਈ ਸਾਡੇ ਕੋਲ ਸੀ। ਉਹ ਕੇਂਦਰ, ਕਿਉਂਕਿ ਚਲ ਕੇਂਦਰ ਬਣਾ ਰਿਹਾ ਸੜਕਾਂ, ਉਹਨੇ ਨੈਸ਼ਨਲ ਹਾਈਵੇ ਅਥਾਰਟੀ ਬਣਦੀ ਹੈ, NHAI ਹੈ, ਉਹ ਸਟੇਟ ਦੇ ਵਿੱਚ ਹੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਰਾਹੀਂ ਬੜਾ ਕੁਛ ਕਰਿਆ। ਇਹ ਕਹਿੰਦੇ ਠੀਕ ਹੈ ਕੇਂਦਰ ਕਰੀ ਜਾਵੇ। ਅਸੀਂ ਕਿਸ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ, ਵੀ ਕੋਈ ਹੋਰ ਮੇਰਾ ਕੰਮ ਕਰੀ ਜਾਵੇ, ਚੌਧਰ ਮੈਂ ਕਰਾਂ ਤੇ ਮੈਨੂੰ ਤਨਖਾਹ ਮਿਲੀ ਜਾਵੇ, ਨਾਲ ਮੈਂ ਐਸ਼ ਹੋਰ ਪੈਸੇ ਪੂਸੇ ਇਕੱਠੇ ਕਰੀ ਜਾਵਾਂ, ਮੇਰੇ ਭਾਵੇਂ ਲੋਕ ਖੂਹ 'ਚ ਜਾਣ। ਇਹ ਜਿਹੜਾ ਐਟੀਟਿਊਡ ਹੋਗਾ, ਮੈਂ ਨਹੀਂ ਕਹਿੰਦਾ ਸਾਰਿਆਂ ਦਾ, 1% 2% 4% ਬੰਦੇ ਹੋਣਗੇ ਚੰਗੇ ਸਰਕਾਰ 'ਚ, ਪਰ ਮੇਰਾ ਜਿੰਨਾ ਵਾਹ ਪੈਂਦਾ, ਕਿਉਂਕਿ ਮੈਂ ਇੱਕ ਸਧਾਰਨ ਵਿਅਕਤੀ ਦੇ ਤੌਰ ਤੇ ਦਫ਼ਤਰਾਂ ਜਾਣਾ, ਤੇ ਮੈਂ ਜੋ ਉੱਥੇ ਹਾਲ ਦੇਖਦਾ, ਤੇ ਲੋਕ ਤਾਂ ਸੋਚਦੇ ਨੇ ਵੀ ਇਹਨੂੰ ਤਾਂ ਸਾਰੇ ਜਾਣਦੇ ਹੋਣਗੇ, ਜੋ ਉੱਥੇ ਜੋ ਮਿਸਬਿਹੇਵ ਕਰਦੇ ਨੇ। ਕੱਲ੍ਹ ਹੀ ਮੈਂ ਬੈਂਕ 'ਚ ਗਿਆ, ਮੇਰਾ 50,000 ਰੁਪਈਆ ਟੈਕਸ ਵਾਧੂ ਬਣਦਾ, ਮੇਰੀ ਪੈਨਸ਼ਨ ਹੀ ਜ਼ਿਆਦਾ ਦਿਖਾਤੀ, ਲੱਖ ਰੁਪਈਆ ਉਹੀ। ਉਹ ਮੈਂ ਕਿਹਾ ਇਹ ਤੁਸੀਂ ਜੋੜ ਹੀ ਗਲਤ ਲਾਤਾ, ਔਰ ਫਾਰਮ 'ਚ 2 ਪਾਸੇ ਗਲਤ ਦਿੱਤਾ ਹੋਇਆ ਹੈ। ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਹੇ। ਜਦ ਮੈਂ ਆਖਿਆ, ਮੈਂ ਕਿਹਾ ਬਾਬੂ ਗੱਲ ਸੁਣ, ਇਹ ਭੁਲੇਖਾ ਨਾ ਰੱਖੀ, ਟੈਕਸ ਕੱਟ ਲਿਆ, ਜਮ੍ਹਾਂ ਕਰਾਈ ਨਹੀਂ ਭਾਰਤ ਸਰਕਾਰ 'ਚ। ਜੇ ਐਡੀਆਂ ਐਡੀਆਂ ਬੈਂਕਾਂ ਜਿਹੜੀਆਂ ਨੇ, ਉਹਨਾਂ 'ਚ ਵੀ ਤੁਸੀਂ ਟੈਕਸ ਕੱਟ ਕੇ ਜਮ੍ਹਾਂ ਨਹੀਂ ਕਰਾਉਂਦੇ, ਤੁਸੀਂ ਵਾਧੂ ਹੀ ਉਹੀ ਦਿਖਾਤਾ ਵੀ ਇੰਨੇ ਪੈਸੇ ਇਹਨੂੰ ਹੋਰ ਦਿੱਤੇ ਹੈ ਨਹੀਂ ਹੈ। ਕਾਪੀ ਬੈਂਕ ਦੀ ਨਾਲ ਹੈ, ਉਹਦੀਆਂ ਫੋਟੋ ਕਾਪੀਆਂ ਲਾਤੀਆਂ, ਔਰ ਉੱਥੇ ਜਿਹੜੀ ਬੀਬੀ ਬੈਠੀ ਆ ਸਿੱਧੇ ਮੂੰਹ ਗੱਲ ਨਹੀਂ ਕਰ ਰਹੀ। ਦੂਜਾ ਕਹਿੰਦਾ ਕੋਈ ਨਹੀਂ ਅੱਜ ਆਇਆ ਦੇਖ ਲਾਂਗੇ। ਫਿਰ ਮੈਨੂੰ ਉਹਨਾਂ ਦੇ ਅਫਸਰ ਨਾਲ ਕਰਨਾ ਪਿਆ, ਉਹਨੇ ਸੌਰੀ ਵੀ ਫੀਲ ਕਰਿਆ, ਉਹਨੇ ਆਖਿਆ ਜੀ ਅਸੀਂ ਇੱਕ ਅੱਧੇ ਦਿਨ 'ਚ ਹੁਣੀ ਕਰ ਦੇਣਾ, ਠੀਕ, ਗਲਤੀ ਹੋ ਗਈ ਇਹ। ਉਹ ਗਲਤੀ ਮੰਨਣ ਨੂੰ ਤਿਆਰ ਨਹੀਂ। ਤੁਸੀਂ ਉਹਨਾਂ ਤੋਂ, ਲੋਕਾਂ ਤੋਂ ਇਨਸਾਫ ਚਾਹੁੰਦੇ ਹੋ, ਕਿਸੇ ਮਰਜ਼ੀ ਦਫ਼ਤਰ ਜਾ ਰਹੋ। ਆ ਹੁਣ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਹੋਈ ਹੈ, ਹੁਣ ਤਾਂ ਕੱਲ੍ਹ ਮੈਂ ਇੱਕ ਚਿੱਠੀ ਦੇਖ ਲਈ, ਹੁਣ ਤਾਂ ਜਮੇ ਹੀਜ ਪਿਆਜ ਖੁੱਲ ਗਿਆ। ਇਹ ਟੋਟਲ ਗੈਰ ਕਾਨੂੰਨੀ ਹੋਈ ਹੈ। ਛੱਡੋ ਤੁਸੀਂ ਬਾਕੀ ਗੱਲਾਂ, ਕੋਈ ਠੀਕ ਚੁਣਿਆ ਗਿਆ ਜਾਂ ਗਲਤ ਚੁਣਿਆ ਗਿਆ, ਸਾਰਾ ਗੈਰ ਕਾਨੂੰਨੀ ਹੋਇਆ ਕੰਮ, ਪਰ ਕਰਤਾ। ਇਹ ਜਿਹੜੇ ਬੰਦੇ ਖੁਦ ਗੈਰ ਕਾਨੂੰਨੀ ਕੰਮ ਕਰਦੇ ਨੇ, ਲੋਕਾਂ ਦੇ ਰੌਲੇ ਦੀ ਪਰਵਾਹ ਨਹੀਂ ਕਰਦੇ, ਤੁਹਾਡੇ ਖਿਆਲ ਤੋਂ ਕੇਂਦਰ ਨਾਲ ਅੱਖ ਪਾ ਕੇ ਗੱਲ ਕਰਨਗੇ ਹੈ? ਇੱਥੇ ਹੀ ਮਹਿਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ, ਨੇਰੀ ਮੱਚੀ ਪਈ ਹੈ। ਤੁਸੀਂ ਦੱਸੋ, ਇੱਥੇ PM ਦੀ ਪੋਸਟ ਵਾਸਤੇ ਅਗਲਾ ਪੈਸੇ ਦੇਣ ਨੂੰ ਤਿਆਰ ਹੈ, ਤੁਸੀਂ 20 ਕਾਲਜਾਂ ਦੇ ਪ੍ਰੋਫੈਸਰਾਂ ਨੂੰ ਲਾਤਾ ਜੀ ਤੁਸੀਂ ਚੁਣੋਗੇ। ਮੈਂ ਤਾਂ ਕਦੇ ਇਹ ਜਿਹਾ, ਉਹ ਤੁਸੀਂ PPSC ਤੋਂ ਤਾਂ ਕੱਢ ਰਹੇ ਹੋ ਇਸ ਕਰਕੇ ਵੀ ਉੱਥੇ ਕੋਈ ਹੇਰਾਫੇਰੀ ਨਾ ਹੋ ਜੇ ਜਾਂ ਤੇਜ਼ੀ ਹੋਵੇ। ਆਹ ਤੇਜ਼ੀ ਕਰਨੀ ਹੈ ਤੁਸੀਂ। ਬਿਲਕੁਲ। ਮੈਂ ਤਾਂ ਕਹਿਣਾ, ਜਿਹੜੀਆਂ ਸਰਕਾਰਾਂ ਜਿੱਦੇ ਵੱਡੇ ਮਸਲੇ ਨੇ ਪੰਜਾਬ ਦੇ, ਜਿੰਨੀ ਤੇਜ਼ੀ ਨਾਲ ਆਪਦੇ ਆਪ ਨੂੰ ਹੱਲ ਕਰਨਾ ਚਾਹੁੰਦੇ ਨੇ, ਉਹਨਾਂ 'ਚ ਕਿਸੇ ਮਸਲੇ ਦੇ ਉੱਤੇ ਇਹਨਾਂ ਨੇ ਤਕਨੀਕੀ ਤੌਰ ਤੇ ਠੀਕ ਸਟੈਂਡ ਲਿਆ ਹੋਵੇ, ਆ ਜਾਣ ਅੱਗੇ, ਠੀਕ ਹੈ। ਫਿਰ ਹਾਂ ਲਾ ਕਰਕੇ ਪੰਜਾਬ ਦਾ ਹੋਰ ਪੱਠਾ ਬਿਠਾ ਰਹੇ ਨੇ, ਹੋਰ ਬਿਠਾਉਣਗੇ। ਇਹਨਾਂ ਨੇ ਬਿਲਕੁਲ ਨਹੀਂ ਗੱਲ ਕਰਨੀ ਸਰਕਾਰ ਨੇ ਕੇਂਦਰ ਨਾਲ ਕਿ ਤੁਸੀਂ ਦੱਸੋ ਇਹ ਸਾਡਾ ਹੱਕ ਸੀ, ਇਹ ਟੋਲ ਪਲਾਜ਼ੇ ਦੇ ਉੱਤੇ ਇਹ ਗੱਲ ਨਹੀਂ ਕਰਨਗੇ, ਬਿਲਕੁਲ ਨਹੀਂ ਕਰਨਗੇ। ਜੀ ਬਿਲਕੁਲ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿੱਥੋਂ ਤੱਕ ਉਮੀਦਾਂ ਸੰਯੁਕਤ ਕਿਸਾਨ ਮੋਰਚੇ ਤੋਂ, ਪੰਜਾਬ ਦੀਆਂ ਜਥੇਬੰਦੀਆਂ ਤੋਂ ਬਣਦੀ ਹੈ, ਉਹਨਾਂ ਉਮੀਦਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਹੋ ਜਿਹੀਆਂ ਖਬਰਾਂ ਜਦੋਂ ਸਾਹਮਣੇ ਆ ਜਾਂਦੀਆਂ ਹੈ ਕਿ ਵਿੱਚ ਕੋਈ ਫੁੱਟ ਪੈ ਰਹੀ ਹੈ, ਜਾਂ ਕੋਈ ਨਾ ਕੋਈ ਸਿਆਸੀ ਲਾਲਸਾ ਰੱਖਦਾ ਹੈ, ਇਸ ਕਰਕੇ ਲੋਕਾਂ ਦਾ ਪ੍ਰੈਸ਼ਰ ਆ
ਲੋਕ ਚਾਹੁੰਦੇ ਨੇ ਕਿ ਇਹ ਇਕੱਠੇ ਰਹਿਣ। ਟੋਲ ਟੈਕਸ ਦਾ ਮਸਲਾ ਹੋਵੇ, ਭਾਵੇਂ ਪੰਜਾਬ ਦੀਆਂ ਹੋਰ ਮੰਗਾਂ ਹੋਣ, ਜਾਂ ਦੇਸ਼ ਦੇ ਵਿੱਚ ਜਿੱਥੇ ਵੀ ਲੋਕਾਂ ਨਾਲ ਮਤਲਬ ਕਿ ਧੱਕੇ ਜਾਂ ਕਾਨੂੰਨ ਇਸ ਤਰ੍ਹਾਂ ਦੇ ਕੋਈ ਕਾਲੇ ਬਣਦੇ ਨੇ ਤਾਂ ਉਹਨਾਂ ਦਾ ਵਿਰੋਧ ਇਕਜੁੱਟ ਹੋ ਕੇ ਕਰਨ। ਪਰ ਜਿਸ ਤਰ੍ਹਾਂ ਦੀਆਂ ਚਰਚਾਵਾਂ ਸਿਆਸੀ ਲਾਲਸਾਵਾਂ ਨੂੰ ਲੈ ਕੇ ਆਉਂਦੀਆਂ, ਉਹਦੇ ਤੋਂ ਲੋਕਾਂ ਦਾ ਭਰੋਸਾ ਵੀ ਟੁੱਟਦਾ ਹੈ ਕਿ ਕਿਸਾਨ ਆਗੂ ਥੋੜਾ ਜ਼ਾਬਤੇ ਵਿੱਚ ਰਹਿ ਕੇ ਆਪਣਾ ਏਕਾ ਬਣਾ ਕੇ ਰੱਖਣ। 32 ਜਥੇਬੰਦੀਆਂ ਦੀ ਗੱਲ ਵਾਰ-ਵਾਰ ਉੱਠ ਜਾਂਦੀ ਹੈ ਕਿ ਇਹ ਕਿਉਂ ਨਹੀਂ ਇੱਕ ਹੁੰਦੀਆਂ ਪੰਜਾਬ ਦੇ ਵਿੱਚ। ਇਹ ਆਖਰੀ ਸਵਾਲ ਹੈ ਮੇਰਾ। ਬਿਲਕੁਲ ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਲਾਲਾ ਹਰਦਿਆਲ ਨੇ ICS ਕਲੀਅਰ ਕਰੀ ਸੀ ਇੱਕ ਲਾਈਨ ਲਿਖ ਕੇ, ਵੀ ਉਹ ਸਵਾਲ ਸੀਗਾ ਅੰਗਰੇਜ਼ ਭਾਰਤ ਤੇ ਰਾਜ ਕਿਵੇਂ ਕਰ ਰਹੇ ਨੇ। ਉਹ ਕਹਿੰਦਾ ਡਿਵਾਈਡ ਐਂਡ ਰੂਲ। ਸਰਕਾਰ ਇਹਨਾਂ ਜਥੇਬੰਦੀਆਂ ਨੂੰ ਵੰਡਣਾ ਚਾਹੁੰਦੀ ਹੈ। ਜਿਹੜਾ ਸਾਲ ਭਰ ਮੋਰਚਾ ਲਟਕਿਆ 1 ਸਾਲ 14 ਦਿਨ, ਉਹ ਲਟਕਿਆ ਹੀ ਤਾਂ ਹੈ ਕਿ ਸਰਕਾਰ ਜਿਹੜੇ ਮਹਾਸੰਘ ਜਾਂ ਹੋਰ ਕਿਸੇ ਨੂੰ ਸਮਝਦੀ ਸੀ ਵੀ ਸਾਡੇ ਬੰਦੇ ਨੇ, ਉਹ ਬੰਦੇ ਮੋਰਚੇ ਨਾਲ ਖੜੇ ਰਹੇ। RSS ਨਾਲ ਉਹਨਾਂ ਦੇ ਉਸ ਸੰਘ ਨਾਲ ਲਿੰਕ ਹੋਣ ਕਰਕੇ RSS ਦਾ ਵੀ ਉਹਨਾਂ ਤੇ ਪ੍ਰਭਾਵ ਹੋ ਸਕਦਾ ਹੈ, ਪਰ ਉਹ ਮੋਰਚੇ ਤੋਂ ਨਹੀਂ ਟਲੇ। ਤੇ ਜਦੋਂ ਮੋਰਚੇ ਤੋਂ ਨਹੀਂ ਟਲੇ ਤੇ ਉਹ ਸੋਚੀ ਗਏ ਵੀ ਸ਼ਾਇਦ ਇਹ ਤੋੜ ਲੈਣਗੇ। ਟੁੱਟੇ ਤਾਂ ਹੈ ਨਹੀਂ, ਕਿਉਂਕਿ ਉਹਨਾਂ ਨੇ ਉਹ ਜਿਹਨੂੰ ਆਪਾਂ ਕਹਿੰਦੇ, ਜਿਹਨੂੰ ਗਦਾਰੀ ਕਹਿੰਦੇ ਨੇ, ਉਹ ਗਦਾਰੀ ਨਹੀਂ ਕਰੀ। RSS ਦੇ ਨੇੜੇ ਹੋਣ ਦੇ ਬਾਵਜੂਦ, ਉਹਨਾਂ ਦੇ ਮਹਾਸੰਘ ਦੇ ਨੇੜੇ ਹੋਣ ਦੇ ਬਾਵਜੂਦ, ਉਹਨਾਂ ਨੇ ਆਪਦੇ ਜਿਹੜੇ ਕਿਸਾਨੀ ਦੇ ਹਿੱਤ ਸੀ, ਮਜ਼ਦੂਰਾਂ ਦੇ ਸੀ, ਉਹਨਾਂ ਦੇ ਉੱਤੇ ਡਟ ਕੇ ਪਹਿਰਾ ਦਿੱਤਾ। ਹੁਣ ਉਦੋਂ ਦੂਜਾ ਉਹਨਾਂ ਨੇ ਸ਼ੁਰੂ ਕਰਤਾ। ਜਦ ਕੋਈ ਇੱਕ ਦੂਜੇ ਦਾ ਵਿਰੋਧ ਕਰਦਾ, ਅੰਦਰ ਵਿਰੋਧ ਤਾਂ ਪਹਿਲਾਂ ਵੀ ਹੁੰਦਾ ਸੀ, ਹੋਣਾ ਵੀ ਚਾਹੀਦਾ। ਤੁਸੀਂ ਕਹਿੰਦੇ ਹੋ 32 ਇੱਕ ਹੋਣ, ਮੈਂ ਕਹਿੰਦਾ 32 ਨੇ ਭਾਵੇਂ 64 ਹੋ ਜਾਣ। ਸਵਾਲ ਹੈ ਏਕਾ ਕਰਕੇ ਰੱਖੋ। ਪਹਿਲਾਂ ਇੱਕੋ ਹੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਵੇਂ ਬਣ ਗਈ? ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਇਹ ਕੀ ਨੇ? ਭਾਰਤੀ ਕਿਸਾਨ ਯੂਨੀਅਨ ਹੈ ਨਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੀ ਨੇ ਇਹ? ਜਿਹੜੀਆਂ ਤਾਂ ਕਿਰਤੀ ਕਿਸਾਨ ਯੂਨੀਅਨ ਫਲਾਣੀ, ਉਹ ਤਾਂ ਚਲੋ ਮੰਨ ਲੈਂਦੇ ਵੱਖਰੀ, ਹਾਲਾਂਕਿ ਨਿਕਲੀਆਂ ਤਾਂ ਉਹ ਵੀ ਹੁਣ ਜਿਹੜੀਆਂ ਉਹ ਵੀ ਨੇ। ਜਿਹੜੀ ਦਰਸ਼ਨਪਾਲ ਵਾਲੀ, ਜਿਹੜੀ ਇਹ ਜਗਮੋਹਨ ਸਿੰਘ ਵਾਲੀ ਹੈ ਜੀ, ਤੇ ਉਹ ਬੂਟਾ ਸਿੰਘ ਵਾਲੀ ਯੂਨੀਅਨ ਹੈ, ਇਹ ਕਿਹੜੀਆਂ ਯੂਨੀਅਨਾਂ ਨੇ? ਉਗਰਾਹਾਂ ਵਾਲੀ, ਰਾਜੇਵਾਲ ਸਾਹਿਬ ਵਾਲੀ, ਸਿੱਧੂਪੁਰ ਵਾਲੀ, ਡੱਡਿਆਲ ਸਾਹਿਬ ਵਾਲੀ, ਇਹ ਕਿਹੜੀਆਂ ਨੇ? ਇਹ ਸਾਰੀਆਂ ਭਾਰਤੀ ਕਿਸਾਨ ਯੂਨੀਅਨ ਹੀ ਨੇ। ਉਹ ਟੁੱਟੀਆਂ ਕਿਉਂ? ਜੇ ਹੀ ਸੀ। ਸੋ ਮੈਨੂੰ ਨਹੀਂ ਇਤਰਾਜ਼, ਮੇਰੇ ਭਾਵੇਂ ਕਿੰਨੀਆਂ ਵੀ ਹੋਣ, ਏਕਾ ਰੱਖਣਾ ਜ਼ਰੂਰੀ ਹੈ। ਇਹ ਗੱਲ ਤੁਸੀਂ ਠੀਕ ਕਹੀ ਹੈ, ਇਹ ਜਨਤਾ ਦੀ ਡਿਮਾਂਡ ਵੀ ਠੀਕ ਹੈ ਵੀ ਜੇ ਤੁਸੀਂ ਏਕਾ ਨਾ ਰੱਖਿਆ, ਤੁਹਾਨੂੰ ਖੱਖੜੀਆਂ ਕਲੇਲੇ ਕਰ ਦੇਣਗੇ। ਜਿਹੜੇ ਬੰਦੇ ਨੇ ਵਿਰੋਧੀ ਨੇ ਨੂੰ ਤੁਸੀਂ ਥੱਲੇ ਲਾ ਕੇ ਆਏ ਹੋ, ਉਹ ਵਿਰੋਧੀ ਨੇ ਜ਼ਹਿਰ ਘੁਰਨਾ ਜੇ ਛੱਡਿਆ ਨਹੀਂ ਹੋਇਆ, ਭੁਲੇਖਾ ਨਾ ਰੱਖਿਓ, ਉਦੋਂ ਜ਼ਿਆਦਾ ਤਕੜਾ ਹੋ ਕੇ ਡੰਗ ਮਾਰੇਗਾ ਉਹ। ਸੋ ਜੇ ਤੁਸੀਂ ਏਕਾ ਤੋੜੇਗਾ ਉਹ ਤੁਹਾਡਾ। ਉਹ ਏਕੇ 'ਚ ਲਾਲਚ ਵੀ ਹੋਏਗਾ, ਉਹ 'ਚ ਦਬਾਅ ਵੀ ਹੋਏਗਾ। ਲਾਲਚ ਕੋਈ ਜ਼ਰੂਰੀ ਤਾਂ ਨਹੀਂ ਵੀ ਪੈਸੇ ਦੇਵੇ, ਕੁਰਸੀ ਦਾ ਲਾਲਚ ਵੀ ਹੋ ਸਕਦਾ ਹੈ, ਕਿਸੇ ਜਵਾਕ ਨੂੰ ਨੌਕਰੀ ਦਾ ਲਾਲਚ ਵੀ ਹੋ ਸਕਦਾ ਹੈ। ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਸਕਦੇ ਨੇ। ਪਰ ਸ਼ਾਬਾਸ਼ ਕਿਸਾਨੀ ਮੋਰਚੇ ਦੇ ਵੀ ਉਹ ਲਾਲਚਾਂ 'ਚ ਔਰ ਦਬਾਅ 'ਚ, ਦੋਨੇ ਦਬਾਅ ਬਥੇਰੇ ਪਾਏ ਨੇ। ਦਬਾਅ ਨਹੀਂ ਪਾਏ ਵੀ ਇਹਨਾਂ ਤੇ ਲਾਂਛਨ ਲਾਤੇ, ਅੱਗਾਂ ਲਾਤੀਆਂ, ਪਰ ਇਹ ਨਹੀਂ, ਇਹ ਡਟੇ ਰਹੇ ਨੇ। ਮੈਂ ਇਹ ਕਹਿਣਾ ਵੀ ਕਿਸਾਨੀ ਮੋਰਚੇ ਨੂੰ ਡਟੇ ਰਹਿਣਾ ਜ਼ਰੂਰੀ ਹੈ, ਇਕੱਠੇ ਹੋਣਾ ਜ਼ਰੂਰੀ ਹੈ। ਸੰਯੁਕਤ ਕਿਸਾਨ ਮੋਰਚੇ ਨੂੰ ਇਕੱਠੇ ਰਹਿਣਾ ਜ਼ਰੂਰੀ ਹੈ। ਜਿਹੜਾ ਇੱਕ ਦੂਜੇ ਦੇ ਪ੍ਰਤੀ ਬਿਆਨਬਾਜ਼ੀ ਪਬਲਿਕਲੀ ਐਡੀ ਜ਼ਿਆਦਾ ਕਰਨ, ਥੋੜ੍ਹੀ ਬਹੁਤੀ ਹੋਈ ਜਾਵੇ, ਕੋਈ ਫਰਕ ਨਹੀਂ ਪੈਂਦਾ, ਹੋਣੀ ਵੀ ਚਾਹੀਦੀ ਹੈ। ਬੰਦਾ ਸਿੱਧਾ ਤਾਂ ਹੀ ਰਹਿੰਦਾ। ਜੇ ਮੈਨੂੰ ਆ ਕੇ ਮਰੀਜ਼ ਨਹੀਂ ਨਾ ਕਹੂਗਾ, ਚਾਹੇ ਨਜਾਇਜ਼ ਹੀ ਕਹਿ ਦੇ ਕਿ ਡਾਕਟਰ ਸਾਹਿਬ ਇੱਥੇ ਬੈਠਣ ਬੁੱਠਣ ਦੀ ਤਾਂ ਜਗ੍ਹਾ ਹੈ ਨਹੀਂ, ਉਹਨੇ ਨਜਾਇਜ਼ ਵੀ ਕਿਹਾ ਹੋਵੇ, ਮੈਨੂੰ ਸੋਚਣਾ ਪਊ ਯਾਰ, ਜੇ ਅੱਜ ਤਾਂ ਚਲੋ ਜਗ੍ਹਾ ਹੈਗੀ ਹੈ, ਕੱਲ੍ਹ ਨੂੰ ਜੇ ਨਾ ਹੋਈ ਤਾਂ ਲੋਕ ਟੋਕਣਗੇ। ਚਲੋ ਇਹਨੇ ਜਗ੍ਹਾ ਤੇ ਗਲਤ ਟੋਕਦਾ, ਜਿਹੜੀ ਮੈਂ ਹੋਰ ਕੋਈ ਗਲਤੀ ਕਰਨਾ ਤੇ ਲੋਕ ਟੋਕਣਗੇ। ਸੋ ਮੈਨੂੰ ਤਾਂ ਇਹ ਵਿਸ਼ਵਾਸ ਹੈ ਵੀ ਆਪਸ ਵਿੱਚ ਮਤਭੇਦ ਹੋਣੇ ਚਾਹੀਦੇ ਨੇ। ਜਿਹੜੇ ਕਹਿੰਦੇ ਨੇ ਮਤਭੇਦ ਨਾ ਹੋਣ, ਉਹ ਡੈਮੋਕ੍ਰੇਸੀ ਦੇ ਉਲਟ ਨੇ। ਡੈਮੋਕ੍ਰੇਸੀ ਦਾ ਮਤਲਬ ਹੀ ਇਹ ਹੈ, ਮਤਭੇਦ ਤੁਹਾਡੇ ਹੋਣਗੇ, ਪਰ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰਨ ਵੇਲੇ ਇੱਕ ਦੂਜੇ ਨਾਲ ਪੂਰੇ ਮਤਭੇਦ ਦਿਖਾਉਂਦੇ ਸੀ ਅੰਦਰ, ਤੇ ਬਾਹਰ ਆ ਕੇ ਜਿਹੜਾ ਫੈਸਲਾ ਹੋ ਗਿਆ ਉਹਨੂੰ ਪੂਰਾ ਸਾਰੇ ਲਾਗੂ ਕਰਦੇ ਸੀ। ਇੱਕ ਚਡੂਨੀ ਸਾਹਿਬ ਥੋੜ੍ਹਾ ਜਿਹਾ ਟੁੱਟਣ ਲੱਗੇ ਨੇ, ਨਹੀਂ ਤਾਂ ਕਿਸੇ ਨੇ ਨਹੀਂ ਟੁੱਟੇ। ਇਹੀ ਤਾਕਤ ਹੈ ਡੈਮੋਕ੍ਰੇਸੀ ਦੀ, ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਇਹੀ ਤਾਕਤ ਰਹੀ ਹੈ। ਹੁਣ ਜੇ ਕਹਿ ਦੇਣਾ ਉਹ ਏਕਤਾ ਉਗਰਾਹਾਂ ਗਰੁੱਪ ਤਾਂ ਪਹਿਲਾਂ ਵੀ ਸਾਡੇ ਨਾਲੋਂ ਸੀਗਾ, ਸਾਡੇ ਨਾਲ ਉੱਥੇ ਬਹਿ ਗਏ ਸੀ, ਜਾ ਕੇ ਬਹਿ ਗਏ ਨਹੀਂ ਸੀ ਜਨਾਬ, ਧਰਨਾ ਮਾਰਿਆ ਉਹਨਾਂ ਨੇ, ਔਰ ਤੁਹਾਡੇ ਨਾਲ ਤਕੜਾ ਮਾਰਿਆ। ਵੂਮਨ ਦੀ ਪਾਰਟੀਸਪੇਟ ਸਭ ਤੋਂ ਜ਼ਿਆਦਾ ਉਹਨਾਂ ਨੇ ਕਰੀ ਹੈ। ਜਿਹੜੀ ਜਥੇਬੰਦੀ ਤੁਹਾਡੇ ਨਾਲ ਨਹੀਂ ਰਲਦੀ ਸੀ, ਉਹਨੇ ਆਪਦੇ ਸਾਰੀਆਂ ਗੱਲਾਂ ਛੱਡ ਕੇ ਵੀ ਕੋਈ ਗੱਲ ਨਹੀਂ, ਤੁਸੀਂ ਉਹਨੂੰ ਇਹ ਕਹਿ ਕੇ ਸਾਰੋਗੇ, ਤੁਸੀਂ ਕਿਉਂਕਿ ਵੱਡੇ ਲੀਡਰ ਹੋ, ਇਹ ਕਹਿ ਕੇ ਕਹਿਣ ਦੀ ਕੋਈ, ਉਹਨਾਂ ਤੋਂ ਪਹਿਲਾਂ ਵੀ ਸਾਡੇ ਉਲਟੀ ਸੀਗੇ, ਉਹਨਾਂ ਨੇ ਉੱਥੇ ਨਾ, ਉਹ ਸਾਡੇ ਨਾਲ ਨਹੀਂ ਸੀਗੇ, ਉੱਥੇ ਜਾ ਕੇ ਬਹਿ ਗਏ, ਚਲੋ ਸਾਡੇ ਨਾਲ ਮਾੜਾ ਮੋਟਾ ਰਲ ਗਏ। ਇਹ ਕਹਿ ਕੇ ਤੁਸੀਂ ਐਡੀ ਵੱਡੀ ਤੋਹੀਨ ਕਰ ਰਹੇ ਹੋ। ਤੁਸੀਂ ਬਣ ਜਾਓ CM। ਜੇ ਤੁਹਾਨੂੰ ਲੱਗਦਾ ਹੈ ਵੀ CM ਬਣ ਕੇ ਮੈਂ ਕੋਈ ਪਹਾੜ ਤੋੜ ਦੂੰ, ਫਿਰ ਬਣ ਜਾਓ, ਤੁਹਾਨੂੰ ਰੋਕਿਆ ਕਿਸੇ ਨੇ? ਤੁਸੀਂ ਆਪਦਾ ਕੱਦ ਘਟਾਉਣਾ ਹੈ, ਤੁਹਾਡਾ ਕੱਦ ਪੂਰੇ ਮੁਲਕ ਦੇ ਵਿੱਚ ਚੜਿਆ ਹੋਇਆ ਹੈ, ਤੁਸੀਂ ਉਹਨੂੰ ਛੋਟਾ ਕਰਨਾ ਕਰ ਲਓ, ਤੁਸੀਂ ਬੌਣਾ ਕਰਨਾ ਕਰ ਲਓ, ਤੁਹਾਨੂੰ ਕੌਣ ਰੋਕਦਾ? ਪਰ ਤੁਸੀਂ ਦੂਜਿਆਂ ਨੂੰ ਦੋਸ਼ ਤਾਂ ਨਾ ਦਿਓ। ਕਿਸੇ ਨੂੰ ਤੁਸੀਂ ਇਹੀ ਐਲੀਗੇਸ਼ਨ ਉਹ ਲਾਉਂਦੇ ਨੇ। ਜਿੱਦੇ ਡੱਡੇਵਾਲ
ਇਹਨਾਂ ਦੇ ਨਾਲ ਸੀ ਸੰਯੁਕਤ ਕਿਸਾਨ ਮੋਰਚੇ 'ਚ, ਉਦੋਂ ਮਹਾਸੰਘ ਦਾ ਮੈਂਬਰ ਨਹੀਂ ਸੀ। ਬਿਲਕੁਲ। ਫਿਰ ਆ ਕੇ ਹੁਣ ਕਿਉਂ ਕਹਿੰਦੇ ਨੇ ਇਹ ਮਹਾਸੰਘ ਦਾ ਮੈਂਬਰ ਹੈ ਫਲਾਣਾ? ਡੱਲੇਵਾਲ ਸਾਹਿਬ ਨੇ ਇਹੀ ਜੀ ਕਿਹੜੀ ਗੱਲ ਕਰੀ ਹੈ ਜਿਹੜੀ ਆਰਐਸਐਸ ਦੇ ਹੱਕ 'ਚ ਕਰੀ ਹੋਵੇ? ਕਿਉਂ ਕਹਿੰਦੇ ਨੇ? ਸੋ ਮੈਂ ਨਹੀਂ ਇਸ ਗੱਲ ਤੇ ਐਗਰੀ ਕਰਦਾ। ਇਦਾਂ ਦੇ ਸਟੇਟਮੈਂਟ, ਮੈਂ ਵੱਡਾ ਲੀਡਰ ਹਾਂ, ਮੇਰੀ ਤਾਂ ਬਲਕਿ ਲੋੜ ਹੈ ਵੀ ਮੈਂ ਦੂਜਿਆਂ ਨੂੰ ਸਾਂਭਾਂ, ਵੀ ਨਹੀਂ ਯਾਰ ਮੈਂ ਨਹੀਂ, ਮੈਂ ਤਾਂ ਬਹੁਤ ਛੋਟਾ। ਤੁਸੀਂ ਬਿਆਨਬਾਜ਼ੀ ਜੇ ਇਹੀ ਜੀ ਕਰੋਗੇ ਤਾਂ ਮੋਰਚਾ ਟੁੱਟੇਗਾ। ਬਿਲਕੁਲ। ਆ ਤੁਹਾਡੇ ਤੇ ਦੋਸ਼ ਲੱਗੇਗਾ ਵੀ ਤੁਸੀਂ ਮੋਰਚਾ ਤੋੜ ਰਹੇ ਹੋ। ਕੋਈ ਗੁੱਸੇ ਹੋਣ, ਲੀਡਰ 'ਚ ਠਰਮਾ ਹੁੰਦਾ ਹੈ, ਠਰਮੇ ਨਾਲ ਤੁਹਾਨੂੰ ਗੱਲ ਕਰਨੀ ਪਊਗੀ। ਔਰ ਮਸਲੇ ਵੱਡੇ ਨੇ ਪੰਜਾਬ ਦੇ, ਕਿਸਾਨੀ ਦੇ ਵੀ ਅਜੇ ਪਏ ਨੇ ਬਥੇਰੇ। ਕਿਸਾਨੀ ਦੇ ਮਸਲੇ ਹੱਲ ਨਹੀਂ ਹੋ ਗਏ। ਅਸੀਂ ਉਦੋਂ ਪਿਛਲੀ ਜੂਨ ਵਾਲੀ ਸਥਿਤੀ 'ਚ ਆਇਆ ਇੱਕ ਤਾਕਤ ਦੇ ਨਾਲ ਕਿ ਅਸੀਂ ਇਕੱਠੇ ਹਾਂ, ਪਰ ਜੋ ਵੀ ਟੁੱਟ ਗਈ ਫਿਰ ਤਾਂ ਜੂਨ ਤੋਂ ਵੀ ਬਦਤਰ ਸਥਿਤੀ ਹੋ ਜਾਣੀ ਹੈ। ਮੈਂ 20 ਵਾਰੀ ਦੇਖਿਆ ਵੀ ਸਰਕਾਰ ਕਿਵੇਂ ਕੁੱਟਦੀ ਹੈ, ਫਿਰ ਬਾਅਦ 'ਚ ਪਹਿਲਾਂ ਤੁਹਾਨੂੰ ਪੁਚਕਾਰ ਲੈਂਦੀ ਹੈ, ਤੁਹਾਡੀ ਮੰਗ ਮੰਨ ਲੈਂਦੀ ਹੈ, ਫਿਰ ਪੂਰਾ ਚੇਪੀ ਲਾਣੀ ਸ਼ੁਰੂ ਕਰ ਦਿੰਦੀ ਹੈ। ਅੱਜ ਮੈਂ ਆ ਟੌਲ ਹੋਰ ਕੀ ਹੈ, ਟੌਲ ਦੇ ਉੱਤੇ ਪਹਿਲਾਂ ਵੀ ਧੱਕਾ ਕਰ ਸਕਦੀ, ਨਹੀਂ ਕਰਿਆ ਵੀ ਆਪਾਂ ਵਧਾ ਦਾਂਗੇ, ਆਪਾਂ ਨੇ ਕੀ ਲੈਣਾ। ਸੋ ਆਪਾਂ ਨੂੰ ਸਮਝਣਾ ਪਊਗਾ, ਸਾਰਿਆਂ ਨੂੰ ਠਰਮ ਰੱਖਣਾ ਪਊਗਾ, ਇੱਕ ਦੂਜੇ ਦਾ ਮਾਣ ਆਦਰ ਕਾਇਮ ਰੱਖਣਾ ਪਊਗਾ। ਮਤਭੇਦ ਤਾਂ ਹੋਣੇ ਚਾਹੀਦੇ ਨੇ, ਕਿਉਂ ਨਾ ਹੋਣ ਮਤਭੇਦ ਹੋਣ, ਪਬਲਿਕਲੀ ਵੀ ਐਕਸਪ੍ਰੈਸ ਕਰੇ ਜਾ ਸਕਦੇ ਨੇ, ਪਰ ਲਾਂਛਨ ਲਾ ਕੇ ਨਹੀਂ, ਮੰਦੀ ਭਾਸ਼ਾ ਵਰਤ ਕੇ। ਜੇ ਲੀਡਰ ਮੰਦੀ ਭਾਸ਼ਾ ਵਰਤ ਕੇ ਦੂਜੀ ਜਥੇਬੰਦੀ ਦਾ ਵਿਰੋਧ ਕਰਿਆ, ਉਹ ਗਲਤ ਹੋਏਗਾ, ਨਹੀਂ ਕਰਨਾ ਚਾਹੀਦਾ। ਤੇ ਜੇ ਇਹ ਜਿਹਾ ਕਰਿਆ ਜਾਏਗਾ ਤਾਂ ਉਹ ਲੀਡਰ ਦਾ ਆਪਣਾ ਕੱਦ ਛੋਟਾ ਹੋਏਗਾ। ਤੁਸੀਂ ਮੇਰੇ ਤੋਂ ਅੱਧੀ ਉਮਰ ਦੇ ਵੀ ਨਹੀਂ ਹੈਗੇ। ਜੇ ਮੈਂ ਤੁਹਾਨੂੰ ਸੁਖਵਿੰਦਰ ਜੀ ਨਹੀਂ ਕਹਾਂਗਾ ਤਾਂ ਤੁਸੀਂ ਡਾਕਟਰ ਪਿਆਰਾ ਲਾਲ ਗਰਗ ਕਦੀ ਵੀ ਨਹੀਂ ਬੋਲੋਗੇ। ਤੁਸੀਂ ਕਹਿੰਦਾ ਹੋਏਗਾ ਯਾਰ ਮੈਂ ਕੀ ਲੈਣਾ ਇਸ ਤੋਂ। ਇੱਜ਼ਤ ਮਾਣ ਕਰਨਾ ਸਾਡਾ ਵੱਡਿਆਂ ਦਾ ਫਰਜ਼ ਹੁੰਦਾ ਹੈ ਕਿ ਅਸੀਂ ਛੋਟਿਆਂ ਨੂੰ ਪਿਆਰ ਨਾਲ ਸਤਿਕਾਰ ਨਾਲ ਬੁਲਾਈਏ। ਉਹ ਤਾਂ ਆਪ ਹੀ ਪੈਰੀਂ ਹੱਥ ਲਾਉਣ ਨੂੰ ਤਿਆਰ ਹੁੰਦੇ ਨੇ। ਹੁਣ ਅਸੀਂ ਉਹਨਾਂ ਨੂੰ ਤੂੰ ਅਸੀਂ ਉਹਨਾਂ ਨੂੰ ਪੁੱਠਾ ਬੋਲੀ ਜਾਈਏ ਤੇ ਉਹਨਾਂ ਨੇ ਸਾਡੇ ਤੋਂ ਫਿਰ ਲੈਣਾ ਕੀ ਆ ਬਈ? ਉਹ ਕਹਿਣਗੇ ਤੁਸੀਂ ਹੋ ਗਏ ਬੁੜੇ, ਤੁਸੀਂ ਆਪਣਾ ਐਸ਼ ਕਰਦੇ ਰਹੇ ਤੇ ਹੁਣ ਆ ਕੇ ਸਾਨੂੰ ਤੁਸੀਂ ਮੱਤਾਂ ਦਿੰਦੇ ਹੋ ਤੇ ਸਾਨੂੰ ਤੁਸੀਂ ਤੂੰ ਮੈਂ ਵੀ ਕਰਦੇ ਹੋ। ਸੋ ਇਹ ਨਹੀਂ ਹੁੰਦਾ। ਜਿੰਨਾ ਵੱਡਾ ਲੀਡਰ ਹੋਏਗਾ ਉਹਨਾਂ ਨੂੰ ਠਰਮਾ ਰੱਖਣਾ ਪਏਗਾ, ਉਹਨਾਂ ਨੂੰ ਸੋਚ ਕੇ ਗੱਲ ਕਰਨੀ ਪਏਗੀ। ਉਹਨਾਂ ਨੂੰ ਐਲੀਗੇਸ਼ਨ ਲਾਉਣ ਤੋਂ ਉਹਦੇ ਕੋਈ ਲਾਭ ਹੀ ਦੇਵੇ, ਉਹਨੂੰ ਫਿਰ ਠਰਮ ਰੱਖਣਾ ਪਏਗਾ ਵੀ ਚਲੋ ਕੋਈ ਨਹੀਂ, ਇਹ ਉਹਨਾਂ ਦਾ ਵਿਚਾਰ ਹੈ ਯਾਰ, ਹੁਣ ਆਪਾਂ ਇਹ ਗੱਲ ਇੱਥੇ ਨਾ ਹੀ ਕਰੀਏ ਤਾਂ ਚੰਗਾ। ਦੱਸੋ ਇਹ ਕਹਿਣ 'ਚ ਕੀ ਹਰਜ ਹੈ? ਮੈਂ ਇਹ ਕਰਦਾ ਰਿਹਾ। ਤੁਹਾਡੇ ਖਿਆਲ ਸਾਡੇ ਤੇ ਐਲੀਗੇਸ਼ਨ ਨਹੀਂ ਲਾਉਂਦੇ। ਤੁਹਾਡੇ ਜਿਹੜੇ ਤੁਸੀਂ ਮੇਰਾ ਸੁਣਦੇ ਹੋ, ਕਈਆਂ ਤਾਂ ਬਹੁਤ ਪੁੱਠਾ ਲਿਖਿਆ ਹੁੰਦਾ ਤੇ ਤੁਹਾਡੇ ਖਿਆਲ 'ਚ ਉਹਨੂੰ ਮੈਂ ਪੁੱਠੇ ਜਵਾਬ ਦਿੰਦਾ। ਮੈਂ ਜੇ ਕਦੇ ਲਿਖਿਆ ਹੋਊ ਮੈਂ ਕਹਿੰਦਾ ਕੋਈ ਨਹੀਂ, ਇਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਕੀ ਭਾਸ਼ਾ ਆਉਂਦੀ ਹੈ, ਕੁਛ ਨਹੀਂ ਲਿਖਿਆ, ਇਹਨਾਂ ਲਿਖਣ ਨਾਲ ਹੀ ਬਹੁਤ ਹੈ। ਕੋਈ ਨਹੀਂ, ਇਹਨਾਂ ਨੂੰ ਇਹਨਾਂ ਦੇ ਗੁਰੂਆਂ ਨੇ ਇਹੀ ਕੁਝ ਸਿਖਾਇਆ। ਜੇ ਸਿਆਣਾ ਹੋ ਸਮਝੂ ਵੀ ਮੈਨੂੰ ਕਿੰਨੀ ਵੱਡੀ ਗੱਲ ਕਹਿਤੀ। ਅਰੇ ਇਹਨੂੰ ਆਮ ਬੰਦਾ ਕੋਈ ਕਹੇਗਾ ਯਾਰ ਤੈਨੂੰ ਕੋਈ ਮਾੜੀ ਗੱਲ ਨਹੀਂ ਕਹੀ, ਉਹਨੂੰ ਤਾਂ ਤੂੰ ਤਾਂ ਇੰਨਾ ਪੁੱਠਾ ਬੋਲਿਆ। ਉਹਨੇ ਦੇਖੋ ਕੋਈ ਗੱਲ ਨਹੀਂ, ਇਹਨਾਂ ਨੇ ਸਿਖਾਈ ਜਾਂਦਾ। ਸੋ ਤਰੀਕਾ ਹੁੰਦਾ ਕਹਿਣ ਦਾ। ਜੇ ਅੱਜ ਕਿਸਾਨੀ ਮੋਰਚੇ ਦੀ ਲੀਡਰਸ਼ਿਪ ਪੁੱਠੀਆਂ ਸਿੱਧੀਆਂ ਗੱਲਾਂ ਕਰੇਗੀ, ਕੋਈ ਵੀ, ਉਹ ਜਿੱਡਾ ਮਰਜ਼ੀ ਲੀਡਰ ਹੋਵੇ, ਉਹ ਚੰਗਾ ਨਹੀਂ ਹੋਏਗਾ। ਉਹ ਜਿਹੋ ਜਿਹੇ ਸੀਗੇ, ਜਿਹੜੀਆਂ ਜਥੇਬੰਦੀਆਂ ਨਾਲ ਸੀਗੇ, ਜਿਹੜੇ ਉਹਨਾਂ ਦੀ ਸਿਆਸਤ ਸੀਗੀ, ਉਹ ਪਹਿਲਾਂ ਵੀ ਸੀ, ਉਹ ਹੁਣ ਵੀ ਰਹੇਗੀ। ਜੇ ਉਹ ਮਾੜੀ ਸੀ ਤੇ ਫਿਰ ਤੁਸੀਂ ਇਕੱਠੇ ਕਿਉਂ ਹੋਏ? ਜੇ ਮਾੜੀ ਦੇ ਬਾਵਜੂਦ ਇਕੱਠੇ ਹੋਏ ਸੀ ਤਾਂ ਹੁਣ ਮਾੜੀ ਕਹਿ ਕੇ ਟੁੱਟ ਕਿਉਂ ਰਹੇ ਹੋ? ਜੇ ਤੁਸੀਂ ਮਾੜੀ ਕਹਿ ਕੇ ਮੋਰਚੇ ਨੂੰ ਟੁੱਟ ਰਹੇ ਹੋ ਵੀ ਉਹਨੇ ਸਿਆਸਤ ਮਾੜੀ ਹੈ ਜਾਂ ਉਹਨਾਂ ਦੇ ਸੰਬੰਧ ਮਾੜੇ ਨੇ, ਤੇ ਫਿਰ ਇਹਦਾ ਮਤਲਬ ਤੁਸੀਂ ਧੋਖਾ ਕਰ ਰਹੇ ਹੋ ਲੋਕਾਂ ਨਾਲ, ਜਾਂ ਤੁਸੀਂ ਕਨਫਿਊਜ਼ਡ ਹੋ। ਸੋ ਇਸ ਕਰਕੇ ਨਾ ਕੋਈ ਲੀਡਰ ਧੋਖਾ ਕਰਨਾ ਚਾਹੁੰਦਾ ਹੁੰਦਾ। ਮੈਨੂੰ ਲੱਗਦਾ ਕੋਈ ਕਨਫਿਊਜ਼ਨ ਹੈ ਕਿਤੇ ਮਨ 'ਚ। ਬਿਲਕੁਲ ਦੂਰ ਕਰ ਲਓ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਮਨ ਹੀ ਮੰਝ ਮਿਆਨੂੰ। ਸੋ ਮਨ ਦੇ ਨਾਲ ਹੀ ਝਗੜਾ ਕਰਨਾ ਹੁੰਦਾ, ਮਨ ਦੇ ਨਾਲ ਸੋਚਣਾ ਹੁੰਦਾ। ਮੈਨੂੰ ਲੱਗਦਾ ਕਿ ਸੰਯੁਕਤ ਕਿਸਾਨੀ ਮੋਰਚੇ ਨੂੰ ਆਪਦਾ ਦਬਾਅ ਬਣਾ ਕੇ ਰੱਖਣਾ ਪਏਗਾ ਜੇ ਪੰਜਾਬ ਦਾ ਜਾਂ ਕਿਸਾਨੀ ਦਾ ਜਾਂ ਮਜ਼ਦੂਰਾਂ ਦਾ ਕੋਈ ਭਲਾ ਕਰਨਾ। ਉਗਰਾਹਾਂ ਗਰੁੱਪ ਦੀ ਗੱਲ ਜਿਹੜੇ ਕਰਦੇ ਨੇ, ਜਿਹੜੇ ਡੱਲੇਵਾਲ ਗਰੁੱਪ ਦੀ ਗੱਲ ਕਰਦੇ ਨੇ, ਈਵਨ ਮੇਰਾ ਮਤਭੇਦ ਹੈ ਇਹਨਾਂ ਨਾਲ, ਜਿਹੜੀ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਹੈ, ਪਰ ਮੈਂ ਇਹਨਾਂ ਦੇ ਲੀਡਰਾਂ ਨੂੰ ਵੀ ਜਾਣਦਾ। ਇਹਨਾਂ ਦੀ ਕੁਰਬਾਨੀਆਂ ਘੱਟ ਨਹੀਂ ਹੈਗੀਆਂ, ਇਹਨਾਂ ਦੀ ਤਾਕਤ ਵੀ ਘੱਟ ਨਹੀਂ ਹੈਗੀ। ਇਹਨਾਂ ਨੇ ਇਹ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦਾ ਤਾਂ ਥੋੜ੍ਹਾ ਜਿਹਾ ਹੈਗਾ ਹੈ ਵੀ ਇਹਨਾਂ ਨੇ ਕੀ ਕਰਿਆ 26 ਜਨਵਰੀ ਵਾਲਾ ਇਸ਼ੂ, ਉਦੋਂ ਮੁੜ ਕੇ ਤਾਂ ਇਹਨਾਂ ਨੇ ਇਹੋ ਜਿਹਾ ਕੁਛ ਬਹੁਤਾ ਕਰਿਆ ਨਹੀਂ। ਤੇ ਪਰ ਉਗਰਾਹਾਂ ਸਾਹਿਬ ਨੇ ਤੇ ਡੱਲੇਵਾਲ ਸਾਹਿਬ ਨੇ ਤਾਂ ਕਦੇ ਮੋਰਚੇ ਦੀ ਮਤਭੇਦ ਹੁੰਦੇ ਹੋਏ ਗੱਲ ਉਗਰਾਹਾਂ ਸਾਹਿਬ ਨੇ ਤਾਂ ਬਿਲਕੁਲ ਹੀ ਜ਼ੋਰ ਨਾਲ ਮੰਨੀ ਹੈ। ਜੇ ਉਹਨਾਂ ਨੂੰ ਤੁਸੀਂ ਐਂ ਕਹਿਣਾ ਨਾ ਵੀ ਜਾ ਕੇ ਬਹਿ ਗਏ, ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਮੋਰਚਾ ਚਲਾਓਗੇ। ਫਿਰ ਨਹੀਂ ਇਹ ਹੋ ਸਕਦਾ। ਸੋ ਸਾਨੂੰ ਜੋ ਮਰਜ਼ੀ ਹੋਵੇ, ਔਰ ਇਹ ਵੀ ਗੱਲ ਠੀਕ ਹੈ, ਜਿਹੜਾ ਵੀ ਕਹਿੰਦਾ ਕਿਹਾ ਕਿਉਂ ਗਿਆ, ਮੈਂ ਇੱਕ ਲਾਈਨ 'ਚ ਕਹਿਣਾ, ਕਿਹਾ ਤਾਂ ਗਿਆ ਜੋ ਉਗਰਾਹਾਂ ਸਾਹਿਬ ਨੇ ਕਹਿਤਾ, ਸੱਚ ਕਿਹਾ ਸੀ ਵੀ ਜੇ ਬਣ ਜਾਣਗੇ ਮੁੱਖ ਮੰਤਰੀ ਉਹ ਵੀ ਜੁੱਤੀਆਂ ਖਾਣਗੇ।
ਜੇ ਕਹਿਤਾ ਇਹ ਗੱਲ ਸੱਚੀ ਹੈ। ਜਿਹੜਾ ਇੱਥੇ ਮੁੱਖ ਮੰਤਰੀ ਬਣ ਜਾਏਗਾ, ਇਹ ਕਹਾਣੀ ਹੈ ਜਿਹੜੀ ਗੰਦੀ ਹੋਈ ਪਈ ਹੈ। ਇਹਦੇ ਵਿੱਚ ਵੜ ਜਾਓ ਤੁਸੀਂ, ਇਹ ਚੋਂ ਕੱਢ ਕੁਝ ਨਹੀਂ ਸਕਦੇ। ਇੱਕ ਲਾਈਨ ਤੇ ਮੈਂ ਆਪਦੀ ਗੱਲ ਖਤਮ ਕਰਨ ਲੱਗਿਆ ਕਿਉਂਕਿ ਟਾਈਮ ਬਹੁਤ ਹੋ ਗਿਆ। 117 ਚੋਂ 115 MLA ਨੇ ਪਹਿਲਾਂ ਵੀ ਕਿਹਾ ਸੀ ਮੈਂ, ਇਹ ਪਾਸ ਤਾਂ ਕਰ ਦਿੱਤਾ ਸੀ ਨਾ ਵੀ ਇਹ ਭਾਈ ਬਿਲ ਗਲਤ ਨੇ। ਫਿਰ ਮਤਾ ਅੱਗੇ ਗਿਆ। ਜੋ ਮਤਾ 2 ਵਾਰੀ ਪਾਸ ਹੋਇਆ ਅੱਗੇ ਨਹੀਂ ਗਿਆ, ਤੇ ਤੁਸੀਂ ਹੁਣ ਅਸੈਂਬਲੀ ਜਾ ਕੇ ਕੀ ਕਰ ਲੋਗੇ? ਬਿਲਕੁਲ ਬਿਲਕੁਲ ਜੀ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਬਹੁਤ।